ਵਾਹਿਗੁਰੂ ਸਾਹਿਬ ਜੀਓ ਦੋਹਰਾ। ਸਾਰਦੂਲ ਸ੍ਰੀ ਗੁਰ ਚਰਨ ਸਰਨ ਪਰਿਓ ਮੈਂ ਧਾਇ। ਜੰਬਕ ਜੰਬ ਪਰਾ ਨਿਬਲ ਤਾਕੋ ਕਹਾਂ ਬਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਦੇ ਰਾਹੀਂ ਗੁਰ ਇਤਿਹਾਸ ਕਥਾ ਸ਼ਰਵਣ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 53 ਪ੍ਰਸੰਗ ਹੁਣ ਤੱਕ ਸ਼ਰਵਣ ਕੀਤੇ। 54ਵਾਂ ਪ੍ਰਸੰਗ ਬਖਸ਼ਿਸ਼ ਕਰ ਰਹੇ ਮਹਾਰਾਜ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਰਾਜਾ ਸੁਦਰਸੈਨ ਨੂੰ ਤਾਰਿਆ, ਇੰਦਰਸੈਨ ਉਹ ਰਾਜੇ ਦਾ ਜੋ ਭਾਣਜਾ ਹੈ, ਝੰਡਾ ਬਾਢੀ, ਇਹਨਾਂ ਤਿੰਨਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਜਿਸ ਤਰ੍ਹਾਂ ਗੁਰਮਤਿ ਦੀ ਦਾਤ ਦਿੱਤੀ ਹੈ ਅਤੇ ਰਾਜੇ ਨੂੰ ਵੈਰਾਗ ਹੋ ਗਿਆ, ਕਹਿਣ ਲੱਗਿਆ ਨਾਲ ਹੀ ਜਾਣਾ ਤੁਹਾਡੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਲ ਜਾਣ ਦੀ ਲੋੜ ਨਹੀਂ ਹੈ, ਕੜਾਹ ਪ੍ਰਸ਼ਾਦ ਬਣਾ ਕੇ ਭੇਟਾ ਰੱਖਿਆ ਕਰੋ ਟਕਾ, ਜਦੋਂ ਅਰਦਾਸ ਕਰੋਗੇ ਤਾਂ ਅਸੀਂ ਹਾਜ਼ਰ ਹੋਵਾਂਗੇ, ਜੋ ਤੁਸੀਂ ਕੋਈ ਕਾਮਨਾ ਕਰੋਗੇ ਸੋ ਅਸੀਂ ਪੂਰੀ ਕਰਾਂਗੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ। ਸੋ ਅੱਗੇ ਪ੍ਰਸੰਗ ਸ਼ਰਵਣ ਕਰਦੇ ਹਾਂ, ਕਿਸ ਤਰ੍ਹਾਂ ਬਖਸ਼ਿਸ਼ਾਂ ਕਰਨਗੇ। ਪਹਿਲਾਂ ਦੋਹਰਾ ਉਚਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਮੰਗਲ ਕਰਦੇ ਨੇ, ਕਵੀ ਜੀ ਮੰਗਲ ਕਰਦੇ ਨੇ ਗੁਰਾਂ ਦਾ। ਉਸ ਤੋਂ ਉਪਰੰਤ ਫਿਰ ਜੋ ਬਖਸ਼ਿਸ਼ ਹੈ ਇਤਿਹਾਸ ਦੀ ਕਥਾ ਸ਼ਰਵਣ ਕਰਦੇ ਹਾਂ। ਸਤਿਗੁਰੂ ਦੀ ਕਿਰਪਾ ਦਾ ਸਦਕਾ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਰੋਜ਼ ਇਤਿਹਾਸ ਦੀ ਕਥਾ ਵਿੱਚ, ਇਹਦੇ ਨਾਲ ਹੌਲੀ ਹੌਲੀ ਮਨ ਦੇ ਅੰਦਰ ਗੁਰਮਤਿ ਦੀ ਪ੍ਰਾਪਤੀ ਹੁੰਦੀ। ਆਪਾਂ ਨੂੰ ਅੰਮ੍ਰਿਤ ਵੇਲੇ ਦੀ ਕਥਾ ਦੇ ਨਾਲ ਵੀ ਗੁਰਮਤਿ ਦੀ ਪ੍ਰਾਪਤੀ ਅੰਮ੍ਰਿਤ ਵੇਲੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਇਸ ਤਰ੍ਹਾਂ ਦੋਨੋਂ ਕਥਾ ਮਿਲ ਕੇ ਸਾਨੂੰ ਸੋਝੀ ਪਾਉਂਦੀਆਂ ਹਨ। ਆਤਮਕ ਕਥਾ ਗੁਰਬਾਣੀ ਦੀ ਕਥਾ ਜੋ ਨਿਰਗੁਣ ਰੂਪ ਹੈ, ਸਰਗੁਣ ਕਥਾ ਜੋ ਸਰੀਰ ਕਰਕੇ ਕੌਤਕ ਕੀਤੇ ਨੇ ਗੁਰਾਂ ਨੇ, ਇਉਂ ਨਿਰਗੁਣ ਅਤੇ ਸਰਗੁਣ ਸਰੂਪ ਦੀ ਕਥਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਰਦੂਲ ਸ੍ਰੀ ਗੁਰ ਚਰਨ ਸਰਨ ਪਰਿਓ ਮੈਂ ਧਾਇ। ਫਰਮਾਉਂਦੇ ਹਨ ਦੋਹਰਾ ਸ਼ਾਰਦੂਲ ਸ੍ਰੀ ਗੁਰ ਚਰਨ ਸ਼ਰਨ ਪਰਿਓ ਮੈਂ ਧਾਇ। ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਚਰਨ ਨੇ ਇਹ ਮਾਨੋ ਸ਼ੇਰ ਦੇ ਸਮਾਨ ਨੇ। ਇਹ ਇੱਕ ਅੰਕੜੇ ਕੱਢੇ ਹੋਏ ਨੇ ਸਿਆਣਿਆਂ ਨੇ, 21 ਔਸਰ ਝੋਟੀਆਂ ਹੁੰਦੀਆਂ ਨੇ, ਉਹਨਾਂ ਵਿੱਚ ਜਿੰਨਾ ਬਲ ਹੁੰਦਾ 21 ਝੋਟੀਆਂ ਵਿੱਚ, ਇੰਨਾ ਇੱਕ ਆਮ ਸ਼ੇਰ ਵਿੱਚ ਬਲ ਗਿਣਿਆ ਗਿਆ। 21 ਸ਼ੇਰਾਂ ਜਿੰਨਾ ਬਲ ਜੇ ਹੋਵੇ ਤਾਂ ਉਹ ਫਿਰ ਇਹਦੇ ਨਾਲ ਕਿਹੜੀ ਸ਼ੇਰ ਬਣਦਾ। ਇੱਕ 21 ਕਿਹੜੀ ਸ਼ੇਰਾਂ ਜਿੰਨਾ ਬਲ ਹੁੰਦਾ ਉਹ ਬੱਬਰ ਸ਼ੇਰ ਬਣਦਾ। ਇੱਕ ਜਦੋਂ 21 ਬੱਬਰ ਸ਼ੇਰ ਇਕੱਠੇ ਹੁੰਦੇ ਨੇ
ਇੰਨਾ ਬਲ ਹੋਵੇ ਜੇ ਕਿਸੇ 'ਚ, ਉਹ ਸ਼ੇਰ ਨੂੰ ਕਹਿੰਦੇ ਸ਼ਾਰਦੂਲ। ਉਹ ਕਿਸਮ ਬਹੁਤ ਘੱਟ ਮਿਲਦੀ ਹੈ। ਸ਼ਾਰਦੂਲ ਬਹੁਤ ਲੰਬਾ ਹੁੰਦਾ, ਲਗਭਗ 12 ਫੁੱਟ ਲੰਬਾ ਇਹ ਸ਼ੇਰ ਸ਼ਾਰਦੂਲ ਬੱਬਰ ਸ਼ੇਰ ਦੀ ਸ਼ਕਲ ਦਾ ਹੀ ਹੁੰਦਾ। ਇੱਥੇ ਵੱਡੇ ਤੋਂ ਵੱਡੇ ਇੱਕ ਅੰਗੀ ਦ੍ਰਿਸ਼ਟਾਂਤ ਸ਼ੇਰ ਦਾ ਲਿਆ। ਸ਼ਾਰਦੂਲ ਸ੍ਰੀ ਗੁਰਚਰਨ ਸ਼ਰਨ ਪਰਿਓ ਮੈਂ ਧਾਏ, ਧਾ ਕੇ ਮੈਂ ਗੁਰਾਂ ਦੀ ਸ਼ਰਨ ਵਿੱਚ ਪਿਆ। ਜੋ ਸ਼ਾਰਦੂਲ ਸ਼ੇਰ ਵਾਂਗੂ ਬੜੇ ਤਕੜੇ ਚਰਨ ਨੇ ਗੁਰਾਂ ਦੇ, ਕਿਉਂਕਿ ਖਤਰਾ ਕਿੱਥੋਂ ਹੈ? ਜੰਬਕ ਜਾਮ ਬਪਰਾ ਨੇ ਬਲ ਤਾ ਕੋ ਕਹਾਂ ਬਸਾਏ। ਜੰਬਕ ਕਹਿੰਦੇ ਨੇ ਗਿੱਦੜ ਨੂੰ। ਇਹ ਗਿੱਦੜ ਕੌਣ ਹੈ ਇੱਥੇ? ਜਮਦੂਤ। ਗਿੱਦੜ ਜਮਦੂਤ ਬਪੜਾ ਵਿਚਾਰਾ ਤੁੱਛ ਜਿਹਾ, ਨਿਬਲ ਕਮਜ਼ੋਰ ਜਿਹਾ, ਇਹਦੀ ਕੋਈ ਪੇਸ਼ ਨਹੀਂ ਜਾਂਦੀ ਗੁਰਾਂ ਦੇ ਅੱਗੇ, ਕਿਉਂਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹਦੇ ਉੱਤੇ ਸਤਿਗੁਰੂ ਮਹਾਰਾਜ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਜਿੰਨੇ ਮਰਜ਼ੀ ਗਿੱਦੜ ਆ ਜਾਣ, ਜਮਦੂਤ ਆ ਜਾਣ, ਉਹ ਫਿਰ ਸਿੱਖ ਦਾ ਕੁਝ ਵਿਗਾੜ ਨਹੀਂ ਸਕਦੇ। ਚੌਪਈ ਸੁਨਹੁ ਕਥਾ ਸ੍ਰੀ ਅੰਗਦ ਰੂਰੀ। ਭਾਈ ਬਾਲਾ ਜੀ ਸੰਧੂ ਗੋਤ ਵਾਲੇ ਇਹ ਕਥਾ ਅੱਗੇ ਹੁਣ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਖਡੂਰ ਸਾਹਿਬ ਸੁਣਾ ਰਹੇ ਨੇ। ਰੂਰੀ ਹੁੰਦੀ ਸੁੰਦਰ। ਗੁਰਬਾਣੀ ਦੇ ਅੰਦਰ ਇਹ ਅੱਖਰ ਆਉਂਦਾ ਰੂੜੀ ਬਾਣੀ ਜਾਂ ਰੂਰੀ ਜਾਂ ਰੂਰਾ। ਰੂਰਾ ਨਾਮ ਸੁੰਦਰ ਦਾ ਹੈ, ਰੂੜੀ ਤੋਂ ਭਾਵ ਸੁੰਦਰ, ਜਾਂ ਰੂਰੀ ਵੀ ਸੁੰਦਰ ਹੈ। ਸੁਨੋ ਕਥਾ ਸ੍ਰੀ ਅੰਗਦ ਰੂਰੀ। ਰੂਰੀ ਹੁੰਦੀ ਹੈ ਸੁੰਦਰ ਕਥਾ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਦੀ ਕਥਾ ਅੱਗੇ ਸੁਣੋ ਹੋਰ। ਸਰਬ ਕਾਮਨਾ ਕਰਹਿ ਜੋ ਪੂਰੀ। ਇਹ ਕਥਾ ਐਸੀ ਹੈ ਜੋ ਗੁਰੂ ਨਾਨਕ ਦੇਵ ਜੀ ਦੀ, ਦਸਾਂ ਗੁਰਾਂ ਦੀ, ਗੁਰਬਾਣੀ ਦੀ ਕਥਾ। ਇਹ ਐਵੇਂ ਨਹੀਂ ਹੈ ਵੀ ਬੈਠ ਕੇ ਆਪਾਂ ਚਲੇ ਗਏ। ਇੱਕ ਤੇ ਕਥਾ ਸੁਣਨ ਨਾਲ ਬੰਦੇ ਦੀ ਜੋ ਕਾਮਨਾ ਉਹ ਪੂਰੀ ਹੁੰਦੀ ਹੈ, ਦੂਸਰੀ ਉਹਨੂੰ ਗੁਰਮਤਿ ਦੀ ਪ੍ਰਾਪਤੀ ਹੁੰਦੀ ਹੈ, ਸੇਧ ਮਿਲਦੀ ਹੈ, ਇਕਾਗਰਤਾ ਬਣਦੀ ਹੈ। ਸੋ ਉਹਨਾਂ ਚਿਰ ਜੇ ਸਿਮਰਨ ਕਰੀ ਜਾਈਏ ਕਥਾ ਸੁਣਦੇ, ਉਧਰ ਵੀ ਧਿਆਨ ਤੇ ਨਾਲ ਕਥਾ ਜਿਹੜੇ ਸਰੂਪ ਦੀ ਹੁੰਦੀ ਹੈ ਉਸ ਸਰੂਪ ਦਾ ਧਿਆਨ ਕਰੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ, ਉਹ ਗੁਰੂ ਨਾਨਕ ਦੇਵ ਜੀ ਸਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਦੇ ਹਨ। ਸੁਦਰਸੈਨ ਕੇ ਦੇਵ ਧੀਰਾ। ਰਾਜਾ ਸੁਦਰਸੈਨ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਜਦੋਂ ਨਾਲ ਜਾਣ ਦੀ ਜਿੱਦ ਕੀਤੀ ਤਾਂ ਝੰਡੇ ਵਾਢੀ ਨੂੰ, ਇੰਦਰਸੈਨ ਨੂੰ, ਸੁਦਰਸੈਨ ਰਾਜੇ ਨੂੰ ਧੀਰਜ ਦੇ ਕੇ ਚੱਲੇ। ਗਵਨੇ ਆਗੇ ਗੁਣੀ ਗਹੀਰਾ। ਗੁਣਾਂ ਦੇ ਗਹੀਰ ਹੁੰਦਾ ਖਜ਼ਾਨਾ। ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਅੱਗੇ ਚੱਲੇ। ਸੋ ਗਹੀਰਾ ਹੁੰਦਾ ਪਾਥੀਆਂ ਦਾ ਪਿੰਡਾਂ ਵਿੱਚ। ਬਹੁਤ ਸਾਰੀਆਂ ਪਾਥੀਆਂ ਇਕੱਠੀਆਂ ਕਰਕੇ ਉਹਨੂੰ ਕਹਿੰਦੇ ਗਹੀਰਾ। ਗਹੀਰਾ ਅਰਥ ਹੁੰਦਾ ਅਸਲ ਵਿੱਚ ਸਮੁੰਦਰ ਦਾ ਨਾਮ ਵੀ ਡੂੰਘਾ। ਸੋ ਇਸ ਤਰ੍ਹਾਂ ਕਿਉਂਕਿ ਕਈ ਸਿੰਘ ਪੋਥੀਆਂ ਪ੍ਰਕਾਸ਼ ਕਰਕੇ ਵੀ ਕਥਾ ਸੁਣਦੇ, ਉਹ ਇੱਕ ਇੱਕ ਵਾਰੀ ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਵੀ ਇਹਦਾ ਭਾਵ ਅਰਥ ਕੀ। ਇਹ ਬਾਣੀ ਵਿੱਚ ਅੱਖਰ ਆਉਂਦਾ ਗਹੀਰ, ਬੜੀ ਥਾਈਂ ਆਵੇਗਾ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਗੁਣਾਂ ਦਾ ਖਜ਼ਾਨਾ ਪਰਮਾਤਮਾ। ਸੋ ਇਸ ਤਰ੍ਹਾਂ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੰਗਤ ਨੂੰ ਤਾਰਨ ਹਿਤ ਗਏ। ਚੱਲੇ ਜਾਹੇ ਸਾਗਰ ਪੈ ਐਸੇ। ਸਮੁੰਦਰ ਦੇ ਉੱਤੇ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਜੀ ਚਲੇ ਜਾ ਰਹੇ ਹਨ। ਬਿਨਾ ਪੰਖ ਧਰਨੀ ਪਰ ਜੈਸੇ। ਸੋ ਬਿਨਾ ਹੀ ਪੰਖ ਤੋਂ ਭਾਵ ਚਿੱਕੜ, ਜਿਵੇਂ ਧਰਤੀ ਹੁੰਦੀ ਹੈ ਬੜੀ ਵਧੀਆ, ਬਿਨਾ ਚਿੱਕੜ ਦੇ ਧਰਤੀ। ਇਸ ਤਰ੍ਹਾਂ ਸਤਿਗੁਰੂ ਜੀ ਸਮੁੰਦਰ ਦੇ ਉੱਤੇ
ਤੁਰੇ ਜਾ ਰਹੇ ਹਨ। ਭੰਤ ਜਾਤ ਸ੍ਰੀ ਮੁਖ ਤੇ ਵਚਨਾ। ਸ਼੍ਰੋਮਣੀ ਮੁਖ ਵਿੱਚੋਂ ਗੁਰੂ ਸਾਹਿਬ ਜੀ ਇਹਨਾਂ ਨੂੰ ਭਾਈ ਬਾਲਾ, ਮਰਦਾਨਾ, ਇਹ ਮੁੱਖ ਨਾਮ ਨੇ ਨਾਲ ਰਹਿਣ ਵਾਲਿਆਂ ਦੇ। ਇਹ ਨਹੀਂ ਹੁੰਦਾ ਵੀ ਹੁਣ ਚੰਦਰ ਕੋਨਾ ਤੋਂ ਮਹਾਰਾਜ ਐਡੇ ਵੱਡੇ ਰਾਜੇ ਨੂੰ ਉਪਦੇਸ਼ ਦੇ ਕੇ ਚੱਲੇ ਨੇ, ਝੰਡਾ ਵਾਢੀ ਨੂੰ ਚੱਲੇ ਨੇ, ਇੰਦਰਸੈਨ ਨੂੰ। ਇਹ ਨਾ ਅੰਦਾਜ਼ਾ ਲਾਇਆ ਕਰੋ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਇਕੱਲੇ ਹੀ ਚਲੇ ਗਏ। ਇਹ ਜਿਹੜੀ ਪਿੰਡ ਦੀ ਸੰਗਤ ਆ ਉੱਥੋਂ ਦੀ, ਕਈ ਵਾਰੀ ਐ ਹੁੰਦਾ ਜਿਵੇਂ ਹੁਣ ਰਾਜਾ ਹੈ, ਰਾਜੇ ਦੀ ਫਿਰ ਫੌਜ, ਕਈ ਵਾਰ 20 ਸਿਪਾਹੀ ਸਾਦੇ ਕੱਪੜਿਆਂ ਵਿੱਚ ਜਾਂ ਸੰਗਤ, ਜਿੱਥੇ ਤੱਕ ਉਹ ਰਾਜੇ ਦੀ ਹੱਦ ਹੁੰਦੀ ਸੀ ਰਾਜ ਦੀ, ਉੱਥੇ ਤੱਕ ਨਾਲ ਜਾਣਾ। ਕਿਉਂਕਿ ਬ੍ਰਹਮ ਗਿਆਨੀ ਸਾਨੂੰ ਦੱਸਦੇ ਐਸੀਆਂ ਚੀਜ਼ਾਂ ਕਿ ਕਈ ਵਾਰੀ ਗੁਰੂ ਨਾਨਕ ਸਾਹਿਬ ਨਾਲ 200-200 ਸਾਧੂ ਵੀ ਹੁੰਦਾ ਸੀ, ਕਈ ਵਾਰ 100 ਸੰਤ ਮਹਾਤਮਾ, ਸਿੱਧ ਲੋਕ, ਰਸਤੇ ਵਿੱਚੋਂ ਕਈ ਰਲ ਜਾਂਦੇ ਸੀ। ਚਰਚਾ ਕਰਨੀ, ਕੋਈ ਵਿਚਾਰ ਕਰਨੀ। ਭਾਈ ਮਰਦਾਨਾ ਦਾ ਨਾਮ ਜਾਂ ਭਾਈ ਬਾਲਾ ਦਾ ਨਾਮ ਮੁਖੀ ਹੋਣ ਕਰਕੇ ਆ ਜਾਂਦਾ। ਇਸ ਤਰ੍ਹਾਂ ਕਈ ਵਾਰ ਆਪਾਂ ਦੇਖਿਆ ਮਹਾਰਾਜ ਨੂੰ ਛੱਡਣ ਜਿਵੇਂ ਭਾਈ ਲਾਲੋ ਜੀ ਗਏ, ਕਾਫੀ ਦੂਰ ਤੱਕ ਗਏ, ਮਸਾਂ ਕਹਿ ਕੇ ਵਾਪਸ ਮੋੜੇ। ਕਿਉਂਕਿ ਆਪਾਂ ਆਪਣੇ ਮਨ ਦੇ ਅੰਦਰ ਉਹ ਤਸਵੀਰ ਬਣਾਉਣੀ ਆ ਨਾ ਬਈ ਅੱਗੇ ਚੱਲੇ ਨੇ, ਜਾਣੋ ਕਿ ਬਹੁਤ ਸਾਰੀ ਸੰਗਤ ਬੜੇ ਬਰਾਗ ਵਿੱਚ ਛੱਡਣ ਵਾਸਤੇ ਨਾਲ ਜਾ ਰਹੀ ਹੈ। ਵਾਹਿਗੁਰੂ ਵਾਹਿਗੁਰੂ ਕਰਦੀ ਆਸ ਕਰਨ ਕੀ ਜਨਮ ਹੈ ਰਚਨਾ। ਸੋ ਐਸੇ ਗੁਰੂ ਨਾਨਕ ਦੇਵ ਮਹਾਰਾਜ ਕਈ ਵਾਰੀ ਤੁਰਿਆਂ ਜਾਂਦਿਆਂ ਬਚਨ ਕਰਦੇ, ਹਾਸ ਕਰਨ ਕੀ ਜਿਨ ਮੈਂ ਰਚਨਾ। ਕਈ ਵਾਰ ਹਾਸਾ ਵੀ ਕਰ ਲੈਂਦੇ ਸੀ ਮਰਦਾਨੇ ਨਾਲ। ਕਿਉਂ ਮਰਦਾਨਿਆਂ, ਰੱਜ ਗਈਆਂ ਇੱਥੇ ਮਹੀਨਾ ਖੰਡ ਰਹੇ ਹਾਂ ਤਾਂ ਹੁਣ ਤਾਂ ਨਹੀਂ ਕਹੇਗਾ ਭੁੱਖ ਲੱਗੀ ਆ। ਭਾਈ ਬਾਲੇ ਨੇ ਕਹਿਣਾ ਮਹਾਰਾਜ ਇਹਨੂੰ ਤਾਂ ਆਦਤ ਹੀ ਆ ਜੀ, ਆਹ ਮਰਾਸੀ ਜਾਤ ਜੋ ਹੋਈ, ਆਹ ਸ਼ਾਮ ਜੇ ਨੂੰ ਹੁਣ ਜਾ ਕੇ ਰੌਲਾ ਪਾ ਦੇਣਾ ਇਹਨੇ। ਇਸ ਤਰ੍ਹਾਂ ਸਤਿਗੁਰੂ ਨੂੰ ਕਈ ਤਰ੍ਹਾਂ ਦੇ ਹਾਸੇ ਰਸ ਕਰਦੇ, ਹਾਸ ਵਿਲਾਸ ਕਰਦੇ, ਹੱਸਦੇ ਹਸਾਉਂਦੇ ਵੀ ਜਾਂਦੇ ਹਨ। ਟਾਪੂ ਆਵਾ ਏਕ ਅਗਾਰੀ। ਅੱਗੇ ਇੱਕ ਟਾਪੂ ਆ ਗਿਆ, ਸਮੁੰਦਰ ਦੇ ਵਿੱਚ ਜਿਹੜੀ ਥਾਂ ਹੁੰਦੀ ਜਿੱਥੇ ਕਾਫੀ ਰਹਿਣ ਬਸੇਰਾ ਜਿਹਾ ਬਣ ਜਾਂਦਾ, ਅੱਗੇ ਜਾ ਕੇ ਟਾਪੂ ਉੱਥੇ ਪਹੁੰਚੇ ਹਨ। ਗਮਨ ਕੀਨ ਪੁਨ ਤਾਹੇ ਵਜਾਰੀ। ਫਿਰ ਉਸ ਟਾਪੂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਾ ਕੀਤਾ ਹੈ। ਦੋਏ ਕੋਸ ਤੇ ਪੁਰ ਇੱਕ ਦੇਖਾ। 2 ਕੋਹ ਤੋਂ ਇੱਕ ਨਗਰ ਦੇਖਿਆ। ਅਬ ਸੁੰਦਰ ਜਿਹੇ ਦੁਰਗ ਬਸੇਖਾ। ਬੜਾ ਸੁੰਦਰ, ਜਿਹਦੇ ਵਿੱਚ ਕਿਲਾ ਬਣਿਆ ਤੇ ਉਹਦੀ ਜਿਹੜੀ ਕੰਧ ਸੀ ਬੜੀ ਵੱਡੀ ਵੱਡੀ ਦੂਰੋਂ ਨਜ਼ਰ ਆ ਰਹੀ ਸੀ। ਤੇਠਾਂ ਬੈਸ ਗਏ ਗਤ ਦਾਨਾ। ਗਤ ਕਲਿਆਣ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਸਜ ਗਏ। ਨਿਕਟ ਨਗਰ ਨਹਿ ਕੀਨ ਪਿਆਨਾ। ਮਹਾਰਾਜ ਦਾ ਸ਼ੁਰੂ ਤੋਂ ਲੈ ਕੇ ਇੱਕ ਅਸੂਲ ਰਿਹਾ ਗੁਰੂ ਨਾਨਕ ਸਾਹਿਬ ਦਾ, ਬਈ ਕਿਸੇ ਪਿੰਡ ਵਿੱਚ ਅੰਦਰ ਨਹੀਂ ਜ਼ਿਆਦਾ ਜਾਂਦੇ ਸੀ। 10 ਸਰੂਪਾਂ ਦਾ ਬਾਹਲਾ ਇਹ ਰਿਹਾ ਹਿਸਾਬ ਕਿਤਾਬ। ਭਾਵੇਂ 6ਵੇਂ ਸਰੂਪ ਵੇਲੇ ਫੌਜਾਂ ਵੀ ਰਹੀਆਂ, ਉਹ ਵੱਖਰੀ ਗੱਲ ਹੈ ਕਿ ਫੌਜ ਹੋਣ ਕਰਕੇ ਵੀ ਅੰਦਰ ਨਹੀਂ ਜਾਣਾ। 10ਵੇਂ ਪਾਤਸ਼ਾਹ ਨੇ ਵੀ ਬਾਰ-ਬਾਰ ਡੇਰੇ ਲਾਏ। ਪਰ ਇੱਕ ਚੀਜ਼ ਕੁਦਰਤੀ ਹੈ ਕਿ ਗੁਰੂ ਨਾਨਕ ਸਾਹਿਬ ਨਗਰ ਅੰਦਰ ਘੱਟ ਜਾਂਦੇ, ਜੇ ਕੋਈ ਬੇਨਤੀ ਕਰਦਾ ਫੇਰ ਜਾਂਦੇ ਸੀ। ਇਹ ਨਿਗਾਹ ਮਾਰ ਕੇ ਦੇਖੋ, ਗੁਰੂ ਸਾਹਿਬਾਂ ਦੇ ਗੁਰੂ ਘਰ ਜਿਹੜੇ ਨੇ ਇਤਿਹਾਸਕ, ਉਹ ਜ਼ਿਆਦਾਤਰ ਬਾਹਰ ਹੁੰਦੇ ਨੇ। ਇਸੇ ਤਰ੍ਹਾਂ ਹੀ ਜੇ ਨਗਰ ਬਾਹਰ ਮਹਾਰਾਜ ਨੇ ਜਾ ਕੇ ਚਰਨ ਪਾਏ, ਗੁਰੂ ਘਰ ਬਣੇ, ਉਹਦੇ ਦੁਆਲੇ ਘਰ ਬਾਅਦ 'ਚ ਬਣੇ, ਉਹ ਵੱਖਰੀ ਗੱਲ ਹੈ। ਸੋ ਮਹਾਰਾਜ ਨੇ ਬਾਰ ਇੱਥੇ ਡੇਰਾ ਲਾ ਲਿਆ। 3 ਦਿਵਸ ਬੀਤੇ ਉਦਿਆਨਾ। ਹੁਣ ਜੰਗਲ ਵਿੱਚ ਬੈਠਦੇ ਆ, ਉੱਥੇ ਬੈਠੇ ਰਹੇ, ਜਾ ਕੇ ਭਜਨ ਬੰਦਗੀ ਕਰਨੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ। ਇੰਨਾ ਕੁ ਜ਼ਰੂਰ ਦੇਖ ਲੈਂਦੇ ਸੀ, ਲਾਗੇ ਇਸ਼ਨਾਨ ਵਾਸਤੇ ਕੋਈ ਸਾਫ ਸੁਥਰਾ ਪਾਣੀ ਹੋਵੇ ਬਸ। 3 ਦਿਨ ਬੈਠਿਆਂ ਇਸ ਤਰ੍ਹਾਂ ਬਤੀਤ ਹੋ ਗਏ। ਜਦੋਂ ਤਬ ਮਰਦਾਨੀ ਬਚਨ ਬਖਾਨਾ। ਉਸ ਵਕਤ ਭਾਈ ਮਰਦਾਨਾ ਜੀ ਨੇ ਇਹ ਬਚਨ ਕੀਤਾ, ਆਇਸ ਦੇਹੋ ਨਗਰ ਮਹਿ ਜਾਵਾਂ। ਜੇ ਆਗਿਆ ਹੋਵੇ ਮਹਾਰਾਜ
ਹਾਂ ਪਿੰਡ ਵਿੱਚ ਜਾ ਕੇ ਆਵਾਂ, ਤਿਹ ਬਲੋਕੇ ਮੈਂ ਤੂਰਨ ਆਵਾਂ। ਉਹਨੂੰ ਦੇਖ ਕਰਕੇ ਮੈਂ ਛੇਤੀ ਹੀ ਮੁੜ ਆਵਾਂਗਾ। ਬੋਲਤ ਤੇ ਭੇ ਸ੍ਰੀ ਮੁਖ ਬਿਗਸਾਨੇ। ਬੋਲਦੇ ਗੁਰੂ ਨਾਨਕ ਦੇਵ ਜੀ, ਕਿਉਂਕਿ ਸੰਸਾਰੀ ਬੰਦੇ ਨਹੀਂ ਨਾ ਹਨ। ਸੰਸਾਰੀ ਬੰਦਾ ਜੇ ਬੋਲਦਾ ਬੜਾ ਮੂੰਹ ਹੋਰ ਤਰ੍ਹਾਂ ਦਾ ਹੀ ਹੁੰਦਾ, ਫਿਕਰਾਂ ਦਾ ਮਾਰਿਆ ਜਿਹਾ, ਹੋਰ ਹੀ ਗੱਲਾਂ ਜੀਆਂ ਉਹਦੀਆਂ ਹੁੰਦੀਆਂ ਨੇ। ਗੁਰੂ ਨਾਨਕ ਦੇਵ ਜੀ ਜਦ ਬੋਲਦੇ ਤਾਂ ਮੁਸਕਰਾ ਕੇ ਬੋਲਦੇ ਨੇ, ਖੁਸ਼ ਹੋ ਕੇ ਬੋਲਦੇ ਨੇ। ਮਰਦਾਨਾ ਇਹ ਤਾਂ ਨਹੀਂ ਕਹਿੰਦਾ ਵੀ ਰੋਟੀ ਖਾਣੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਹੋਇਆ ਵੀ ਰੌਲਾ ਪਾਉਂਦਾ ਰਹਿਣਾ ਤੂੰ। ਆ ਕਹਿੰਦਾ ਮਹਾਰਾਜ ਆ ਜਿਹੜਾ ਸਾਹਮਣੇ ਸ਼ਹਿਰ ਹੈ ਇਹ ਮੈਂ ਦੇਖ ਆਵਾਂ, ਘੁੰਮ ਫਿਰ ਆਵਾਂ ਸ਼ਹਿਰ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਸੁਦਾ ਲਗੀ ਹੋਏ ਹੈ ਮਰਦਾਨੇ। ਇਹਨੇ ਮਰਦਾਨਿਆਂ ਸਾਨੂੰ ਪਤਾ ਤੈਨੂੰ ਭੁੱਖ ਲੱਗੀ ਹੋਣੀ ਆ। ਦੋਹਰਾਉ ਤਮ ਕੋ ਭੂਖ ਨ ਵਿਆਪਾਈ, ਤਿਖਾ ਸੰਤਾਏ ਨ ਕੋਈ। ਭਾਈ ਮਰਦਾਨਾ ਜੀ ਕਹਿਣ ਲੱਗੇ, ਹੈ ਸੱਚੇ ਪਾਤਸ਼ਾਹ ਤੁਹਾਨੂੰ ਤਾਂ ਨਾ ਭੁੱਖ ਲੱਗਦੀ ਹੈ, ਨਾ ਕੋਈ ਪਿਆਸ ਹੀ ਸਤਾਉਂਦੀ ਹੈ। ਮੋਕੋ ਆਤੁਰ ਅਤ ਕਰੈ, ਕਿਉ ਨਿਰਬਾਹੇ ਹਮ ਹੋਇ। ਇਹ ਮੈਨੂੰ ਬਹੁਤ ਦੁਖੀ ਕਰਦੀ ਮਹਾਰਾਜ, ਸਤਾਉਂਦੀ ਬੜਾ, ਭੁੱਖ ਤਿਖਾ ਦੋਏ ਭੌਂਕੀਆਂ। ਇਹ ਬਾਣੀ ਅੰਦਰ ਵੀ ਲਿਖਿਆ ਮਹਾਰਾਜ ਨੇ ਵੀ ਬਹੁਤਾ ਜ਼ਿਆਦਾ ਇਹ ਕਰਦੀਆਂ ਤੰਗ। ਮਹਾਰਾਜ ਜੀ ਮੈਨੂੰ ਦੱਸੋ ਫਿਰ ਸਾਰੀ ਜ਼ਿੰਦਗੀ ਤੁਹਾਡੇ ਨਾਲ ਕਿਵੇਂ ਰਹਾਂਗਾ, ਕਿਵੇਂ ਨਿਰਵਾਹ ਹੋਵੇਗਾ ਆਪਣਾ। ਚੌਪਈ ਫਿਰੋਂ ਸੰਗ ਤੁਮਰੇ ਹੱਠ ਕਰਕੇ। ਤੁਹਾਡੇ ਨਾਲ ਮੈਂ ਹੱਠ ਕਰਕੇ ਤੁਰਿਆ ਫਿਰਦਾ ਹਾਂ ਜੀ। ਅਚੋਂ ਅਸਨ ਅਬ ਨਗਰ ਨਿਹਰ ਕੇ। ਹੁਣ ਜਦੋਂ ਕੋਈ ਨਗਰ ਦੇਖ ਲੈਣਾ, ਕੋਈ ਸ਼ਹਿਰ ਪਿੰਡ ਦੇਖਦਾ, ਤਾਂ ਫਿਰ ਮੈਂ ਉੱਥੇ ਜਾ ਕੇ ਭੋਜਨ ਛਕਦਾ ਹਾਂ। ਸ੍ਰੀ ਗੁਰ ਭਨੈ ਧਰੋ ਸੰਤੋਖੰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਭਾਈ ਸੰਤੋਖ ਰੱਖ ਮਨ ਦੇ ਅੰਦਰ। ਸ੍ਰੀ ਕਰਤਾਰ ਕਰੈ ਤਬ ਪੋਖੰ। ਸ੍ਰੀ ਕਰਤਾਰ ਜੀ ਤੇਰੀ ਪਾਲਣਾ ਪੋਸ਼ਣਾ ਕਰਨਗੇ, ਕਿਉਂ ਘਬਰਾਉਂਦਾ, ਰੋਟੀ ਰੱਬ ਨੇ ਦੇਣੀ ਹੈ। ਯਤਨ ਕਰਨ ਹਿਤ ਮਨ ਨਾ ਡੁਲਾਵੋ। ਮਹਾਰਾਜ ਦਾ ਇਹ ਉਪਦੇਸ਼ ਹੈ ਕਿ ਯਤਨ ਕਰਨ ਵਾਸਤੇ ਮਨ ਨਾ ਡਲਾਓ। ਜਿਹੜੀ ਭਗਤੀ ਆ ਗੁਰੂ ਸਾਹਿਬ ਬਹੁਤ ਜ਼ਿਆਦਾ, ਕਈ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਅਸੀਂ, 10ਵੇਂ ਪਾਤਸ਼ਾਹ ਤਾਂ ਹੋਰ ਤਰ੍ਹਾਂ ਦਾ ਸੁਭਾਅ ਸੀ, ਉਹ ਸਖਤ ਸੀ, ਐ ਸੀ। ਕਿਤੇ ਗੁਰੂ ਨਾਨਕ ਸਾਹਿਬ ਨਾਲ ਆੜੀ ਨਾ ਪਾ ਬੈਠਿਓ। ਇਹ ਮਰਦਾਨਾ ਦੇਖ ਲਓ, ਮਹਾਰਾਜ ਕਹਿੰਦੇ ਸੰਤੋਖ ਰੱਖ ਕੇ ਬੈਠ। ਜਦ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਆ ਨਾ, ਬਹੁਤ ਕੜਾਕਾ ਕੱਢਦੇ ਮਹਾਰਾਜ ਸੱਚੇ ਪਾਤਸ਼ਾਹ। ਉਹੀ ਇਹ ਨਹੀਂ ਕਿ ਉਹ ਦੇਖਣ ਨੂੰ ਨਰਮ ਜਿਹਾ ਕੰਮ ਹੈ, ਪਰ ਇੱਥੇ ਮਹਾਰਾਜ ਕਹਿੰਦੇ ਕੀ ਗੱਲ, ਹੁਣੇ ਸੰਕਲਪ ਕਰੀ ਜਾਂਦਾ ਰੋਟੀ ਦਾ, ਸੰਤੋਖ ਨਹੀਂ ਰੱਖ ਸਕਦਾ। ਸੰਤੋਖ ਰੱਖ ਕੇ ਬੈਠ, ਆਪੇ ਰੱਬ ਰੋਟੀ ਦਊਗਾ। ਤੇਰੀ ਸੁਰਤੀ ਰੋਟੀ 'ਚ ਰਹਿੰਦੀ ਹੈ ਤੇ ਤੂੰ ਭਗਤੀ ਕੀ ਕਰਨੀ ਹੈ। ਇਹ ਜਿਵੇਂ ਵਰਤ ਜੇ ਰੱਖਦੇ ਲੋਕ, ਸਵੇਰੇ ਵਰਤ ਰੱਖ ਲੈਣਗੇ, ਸ਼ਾਮ ਤੱਕ ਰੋਟੀ 'ਚ ਹੀ ਸੁਰਤੀ ਰਹਿੰਦੀ ਮਰਦਾਨੇ ਵਾਂਗੂ। ਫਿਰ ਲਿਆ ਕੇ ਸਮਾਨ ਜਿਹਾ ਫਰਿੱਜ 'ਚ ਰੱਖੀ ਜਾਣਗੇ, ਸ਼ਾਮ ਨੂੰ ਅਖੇ ਵਰਤ ਤੋੜਨਾ, ਇਹ ਸੇਵੀਆਂ, ਇਹ ਕੇਲੇ, ਉਹ ਪ੍ਰਸ਼ਾਦ, ਫਲਾਨਾ ਢਿਮਕਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਤੋਂ ਲੈ ਕੇ 10ਵੇਂ ਪਾਤਸ਼ਾਹ ਉਹੀ ਜੋਤ ਹੈ। ਅਕਾਲ ਪੁਰਖ ਨੇ ਉਹ ਪਹਿਲਾ ਰੂਪ ਧਾਰਿਆ, ਬੇਸ ਬਣਾ ਕੇ ਫਿਰ ਦੂਜਾ ਰੂਪ ਧਾਰਿਆ ਦੁਨੀਆ ਵਿੱਚ, ਫਿਰ ਤੀਜਾ ਸਰੂਪ ਧਾਰ ਕੇ ਤੀਜੀ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਜੇ 5ਵੇਂ ਪਾਤਸ਼ਾਹ ਮਹਾਰਾਜ ਅੱਗੇ ਫਿਰ ਸ਼ਹੀਦੀ, 6ਵੇਂ ਪਾਤਸ਼ਾਹ ਜੰਗ ਖੜਕਾਏ ਮਹਾਰਾਜ ਨੇ, ਖੰਡਾ ਖੜਕਾਇਆ। ਲੋੜ ਅਨੁਸਾਰ ਸਾਰਾ ਕੁਝ ਕਰਨਾ ਪੈਂਦਾ। ਜੇ ਕੋਈ ਕਹੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਸਤਰ ਧਾਰੇ ਨੇ, ਉਹਨਾਂ ਨੇ ਕੋਈ ਆਪਣੇ ਵਾਸਤੇ ਨਹੀਂ ਧਾਰੇ ਸੀ। ਇਸ ਕਰਕੇ ਬਹੁਤਿਆਂ ਲੋਕਾਂ ਦੇ ਮਨਾਂ ਵਿੱਚ ਇਹੋ ਜਿਹਾ ਪ੍ਰਭਾਵ ਬਣ ਜਾਂਦਾ ਭਈ 10 ਸਰੂਪ ਇੱਕੋ ਹੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹੀ ਰੂਪ ਹੈ। ਤੋ ਮਹਾਰਾਜ ਨੇ ਇੱਥੇ ਕੀ ਕਿਹਾ, ਜੇ ਹੁਣ ਆਪਾਂ ਵੀ ਸੋਚੀਏ, ਮੈਂ ਵੀ ਸੋਚਾਂ, ਜਦੋਂ ਭੁੱਖ ਲੱਗ ਜਾਂਦੀ ਨਹੀਂ ਕੱਟਿਆ ਜਾਂਦਾ। ਸਵੇਰੇ ਜ਼ਰੂਰ ਰੋਟੀ ਚਾਹੀਦੀ ਆ, ਦੁਪਹਿਰੇ ਰੋਟੀ ਚਾਹੀਦੀ ਆ, ਸ਼ਾਮ ਨੂੰ ਚਾਹੀਦੀ ਆ। ਪਰ ਇਹ ਕਿਉਂਕਿ ਭਗਤੀ ਦੇ ਵਿੱਚ ਆਉਂਦੀਆਂ ਚੀਜ਼ਾਂ, ਜੇ ਭਗਤੀ ਕਰਨੀ ਹੋਵੇ ਨਾ, ਉਦੋਂ ਛਟੀ ਤਤੀਛਾ ਜਾਨੀਆਂ ਭਿੰਨ ਭਿੰਨ ਜੈ ਨਾਮ, ਸਮਦਮ ਸਰਦਾ ਤੀਸਰੇ ਸਮਾਧਾਨ ਉਪਰਾਮ। ਇੰਦਰੀਆਂ ਰੋਕ ਕੇ ਰੱਖਣੀਆਂ, ਮਨ ਨੂੰ ਰੋਕ ਕੇ ਰੱਖਣਾ, ਸ਼ਰਧਾ ਰੱਖਣੀ, ਸੰਸਾਰ ਵੱਲੋਂ ਚਿੱਤ ਉਪਰਾਮ ਰੱਖਣਾ, ਭੁੱਖ ਅਤੇ ਪਿਆਸ ਨੂੰ ਜਰ ਕੇ ਰੱਖਣਾ।
ਗਰਮੀ ਅਤੇ ਸਰਦੀ ਨੂੰ ਸਹਾਰ ਕੇ ਰਹਿਣਾ, ਇਹ ਛਟੀ ਤਤੀਕਸ਼ਾ ਹੁੰਦੀ ਹੈ। ਇਹਨਾਂ ਚੀਜ਼ਾਂ, ਤਤੀਕਸ਼ਾ ਇਸੇ ਚੀਜ਼ ਨੂੰ ਕਹਿੰਦੇ ਨੇ, ਦੁੱਖ ਅਤੇ ਸੁੱਖ ਨੂੰ ਜਰ ਕੇ ਰੱਖਣਾ, ਭੁੱਖ ਅਤੇ ਪਿਆਸ ਨੂੰ ਜਰ ਕੇ ਰੱਖਣਾ, ਇਹ ਚੀਜ਼ਾਂ ਨੂੰ ਮਹਾਰਾਜ ਕਹਿੰਦੇ ਜਰ ਕੇ ਰੱਖੋ। ਭਗਤੀ ਕਰਨੀ ਔਖੀ ਹੈ, ਉਹ ਵੀ ਖਾਸ ਕਰ ਫਿਰ ਗੁਰੂ ਨਾਨਕ ਸਾਹਿਬ ਨਾਲ ਰਹਿਣਾ। ਮਹਾਰਾਜ ਜੀ ਕਹਿੰਦੇ ਸੰਤੋਖ ਰੱਖੋ, ਕਰਤਾਰ ਤੇਰੀ ਪਾਲਣਾ ਕਰੇਗਾ, ਤੇਰੀ ਪਰਾਲਬਧ ਅਨੁਸਾਰ। ਪਰਾਲਬਧ ਬੈਠੇ ਹੀ ਪਾਵਹੁ। ਕਿਉਂਕਿ ਜਿਹੜਾ ਪਰਾਲਬਧ ਹੈ ਨਾ, ਇਹ ਬੈਠਿਆਂ ਹੀ ਮਿਲ ਜਾਂਦੀ ਇਨਸਾਨ ਨੂੰ। ਜਦੋਂ ਬੰਦੇ ਦਾ ਸਮਾਂ ਆਉਂਦਾ, ਅਕਾਲ ਪੁਰਖ ਵਾਹਿਗੁਰੂ ਆਪੇ ਹੀ ਪ੍ਰਸ਼ਾਦਾ ਭੇਜ ਦਿੰਦਾ। ਜਿਵੇਂ ਕਈ ਮਹਾਤਮਾ ਨੇ ਪਰਖ ਲਈ ਰੱਬ ਦੀ। ਬਾਬਾ ਆਤਰ ਸਿੰਘ ਮਸਤੂਆਣੇ ਵਾਲੇ ਨੇ ਪਹਾੜ ਦੀ ਗੁਫਾ 'ਚ ਬਹਿ ਕੇ ਪੱਥਰ ਜਿਹਾ ਲਾ ਲਿਆ ਵੱਡਾ ਸਾਰਾ ਮੂਹਰੇ, ਧੱਕ ਧਕਾ ਕੇ। ਕਹਿੰਦੇ ਲੈ ਇੱਥੇ ਦੇਖਦਾ ਰੱਬ ਕਿਵੇਂ ਰੋਟੀ ਦਿੰਦਾ। ਕਹਿੰਦੇ ਕਿ ਰੱਬ ਰੋਟੀ ਦਿੰਦਾ। ਬੈਠੇ ਰਹੇ ਸਮਾਧੀ ਲਾ ਕੇ। ਜਦੋਂ ਪਰਾਲਬਧ ਨੇ ਆਵਾਜ਼ ਦਿੱਤੀ, ਟਾਈਮ ਹੋਇਆ, 10ਵੇਂ ਪਾਤਸ਼ਾਹ ਮਹਾਰਾਜ ਸਾਹਮਣੇ ਖੜੇ ਹੈ। ਕਹਿੰਦੇ ਬਈ ਆਦਰ ਸਿਆਂ, ਸਾਡੀ ਪਰਖ ਲੈਣਾ ਵੀ ਰੱਬ ਰੋਟੀ ਕਿਵੇਂ ਦਿੰਦਾ। ਕੌਲਾ ਭਰਿਆ ਕੜਾਹ ਪ੍ਰਸ਼ਾਦ ਦਾ ਦੇਤਾ। ਕਹਿੰਦੇ ਛਕ ਲੈ ਇਹਨੂੰ। ਸੋ ਇਸੇ ਪ੍ਰਕਾਰ ਹੀ ਕਈ ਚੀਜ਼ਾਂ ਆ ਜਾਂਦੀਆਂ ਸਾਹਮਣੇ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਇੱਕ ਵਾਰ ਦੇਹਰਾਦੂਨ ਗਏ। ਉਥੇ ਘਰੋਂ ਇਕੱਲੇ ਹੀ ਬਾਹਰ ਨਿਕਲ ਗਏ, ਖੂੰਡੀ ਫੜੀ ਹੋਈ ਹੱਥ ਵਿੱਚ, ਬੜੀ ਚਮਕਣੀ ਜੀ ਸੀ, ਸਟੀਲ ਜਿਹਾ ਲੱਗਿਆ ਹੁੰਦਾ ਸੀ। ਜਦ ਕਹਿੰਦੇ ਨਿਕਲੇ ਬਾਹਰ, ਇੱਕ ਬਾਂਸਾਂ ਦਾ ਝੁੰਡ ਜਿਹਾ ਸੀ, ਉਹ 'ਚ ਵੜ ਕੇ ਲੁੱਕ ਕੇ ਬੈਠ ਗਏ। ਤਾਂ ਉਸ ਵਕਤ ਘਰਦਿਆਂ ਨੇ ਜਦ ਦੇਖਿਆ, ਉਹਨਾਂ ਦਾ 1 ਵਜੇ ਰੋਟੀ ਦਾ ਟਾਈਮ ਸੀ। ਕਹਿੰਦੇ ਵੀ ਕਿੱਧਰ ਚਲੇ, ਕਿੱਧਰ ਰੌਲਾ ਪੈ ਗਿਆ। ਸਾਰੇ ਲੱਭਦੇ ਲੱਭਦੇ ਕਹਿੰਦੇ ਫਿਰ ਰੋਟੀ ਦਾ ਟਾਈਮ 1 ਵਜੇ ਆ, ਖਾਰੇ ਬਾਹਰ ਕਿਤੇ ਬੈਠੇ ਹੋਣਗੇ। ਘਰੋਂ ਹੀ ਰੋਟੀ ਬੰਨ੍ਹ ਲਈ, ਟਿਫਨ ਦੇ 'ਚ ਰੋਟੀ ਪਾ ਲਈ। ਲੱਭਦੇ ਲੱਭਦੇ ਜਿੱਥੇ ਉਹ ਝੁੰਡ ਜੇ ਵਿੱਚ ਉਹਨਾਂ ਦੀ ਖੂੰਡੀ ਰੱਖੀ ਸੀ, ਉਹ ਲਿਸ਼ਕ ਗਈ ਕਿਤੇ। ਉਹ ਕਹਿੰਦੇ ਉਹ ਬੈਠੇ ਲੱਗਦੇ ਆ। ਜਾ ਕੇ ਝੁੰਡ ਦੇ ਵਿੱਚ ਜੀ ਵੜ ਕੇ ਬਾਂਸਾਂ ਦੇ ਵਿਚਾਲੇ ਜੇ ਬੈਠੇ, ਉਹ ਸਮਾਧੀ ਲਾ ਕੇ ਬੈਠੇ ਸੀ। ਟਿਫਨ ਖੋਲ੍ਹ ਕੇ ਅੱਗੇ ਰੋਟੀ ਚਿਣਤੀ, ਭਾਵ ਸਜਾ ਤੇ ਸਾਰੇ ਥਾਲ। ਹੌਲੀ ਕੁ ਦੇਣੇ ਬੇਨਤੀ ਕਰਤੀ, ਪ੍ਰਸ਼ਾਦਾ ਛਕ ਲੈਂਦੇ। ਮਹਾਰਾਜ ਜੀ 1 ਵੱਜ ਗਿਆ। ਬੜਾ ਖਿੜਖਿੜਾ ਕੇ ਹੱਸੇ। ਕਹਿੰਦੇ ਆ ਗਈ ਐ ਰੋਟੀ ਨੂੰ? ਕਹਿੰਦੇ ਆ ਗਈ ਐ। ਕਹਿੰਦੇ ਹਾਂ ਮਹਾਰਾਜ ਜੀ ਆ ਗਏ ਲੈ ਕੇ। ਉਹ ਕਹਿੰਦੇ ਮਹਾਰਾਜ ਤੁਸੀਂ ਅੱਜ ਲੋਕੇ ਬਹਿ ਗਏ। ਕਹਿੰਦੇ ਅੱਜ ਮੈਂ ਪਰਾਲਬਧ ਨੂੰ ਪਰਖਦਾ ਸੀ ਵੀ ਕਹਿੰਦੇ ਰੱਬ ਅਖੇ ਰੋਟੀ ਭੇਜਦਾ, ਜਦੋਂ ਵੀ ਰੱਬ ਰੋਟੀ ਦਿੰਦਾ। ਕਹਿੰਦੇ ਵਾਕਈ ਦੇਖ ਲਓ, ਰੱਬ ਨੇ ਮੇਰੇ ਮੂਹਰੇ ਰੋਟੀ ਰੱਖਤੀ ਲਿਆ ਕੇ ਅੱਜ। ਇਸ ਤਰ੍ਹਾਂ ਹੀ ਕੋਈ ਸੋ ਮਹਾਤਮਾ ਜੰਗਲ ਦੇ ਵਿੱਚ ਬੈਠੇ ਸੀਗੇ, ਤੁਰੇ ਜਾਂਦੇ ਸੀ। ਸ਼ਿਕਾਰੀ ਉੱਧਰੋਂ ਖੇਡਣ ਗਿਆ ਸ਼ਿਕਾਰ। ਮਹਾਤਮਾ ਬਹਿ ਗਏ ਦਰਖਤ ਦੇ ਥੱਲੇ, ਸੋਚੀ ਜਾਂਦੇ। ਕਹਿੰਦੇ ਰੱਬ ਰੋਟੀ ਦਿੰਦਾ। ਮਹਾਤਮਾ ਦਰਖਤ ਦੇ ਉੱਤੇ ਚੜ੍ਹ ਕੇ ਬੈਠ ਗਏ, ਟਾਹਣੀ ਤੇ ਲੁੱਕ ਕੇ ਪੱਤਿਆਂ 'ਚ। ਕਹਿੰਦੇ ਅੱਜ ਦੇਖਦਾ ਕਿਵੇਂ ਰੋਟੀ ਦਿੰਦਾ, ਦੇਖੀਏ ਵੀ ਰੱਬ ਨੂੰ ਪਰਖ ਕੇ। ਉਹ ਸ਼ਿਕਾਰੀ ਖੇਡਣ ਗਿਆ ਸੀ ਸ਼ਿਕਾਰ ਜੰਗਲ 'ਚ, ਉਹਨੂੰ ਸ਼ਿਕਾਰ ਮਿਲਿਆ ਨਾ। ਉਹ ਥੱਲੇ ਬੈਠਾ ਜਾ ਕੇ ਦਰਖਤ ਦੇ, ਥੱਕਿਆ ਸੀ, ਥੋੜਾ ਲੰਮਾ ਜਿਹਾ ਪੈ ਗਿਆ। ਉਹਨੂੰ ਪੱਤਿਆਂ ਵਿੱਚ ਨਹੀਂ ਦਿਖਿਆ, ਸੰਤ ਤਾਹਾਂ ਬੈਠੇ ਟਾਹਣੀ ਤੇ ਸਮਾਧੀ ਲਾ ਕੇ। ਉਹ ਸ਼ਿਕਾਰੀ ਨੇ ਕੀ ਕੀਤਾ, ਦਰਖਤ ਉੱਤੇ ਚੜ੍ਹ ਕੇ ਤਾਹਾਂ ਟਾਹਣੀ ਦੇ ਉੱਤੇ ਜਾ ਕੇ ਨਾ ਉਹ ਰੋਟੀਆਂ ਵਾਲਾ ਰੁਮਾਲ ਜਿਹਾ ਖੋਲ੍ਹ ਦਿੱਤਾ ਮਹਾਂਪੁਰਖਾਂ ਦੇ ਅੱਗੇ। ਕਹਿੰਦਾ ਮਹਾਰਾਜ ਜੀ ਮੈਂ ਇੱਧਰਲੀ ਟਾਹਣੀ ਤੇ ਬੈਠਾ, ਤੁਸੀਂ ਇੱਧਰ ਬੈਠੇ ਛਕ ਲਓ। ਉਹ ਵੀ ਬੜੇ ਹੱਸੇ। ਕਹਿੰਦੇ ਲੈ ਦੱਸ ਪਰਾਲਬਧ ਦੇਖੋ, ਰੱਬ ਮੈਂ ਪੱਤਿਆਂ 'ਚ ਲੁੱਕ ਕੇ ਬੈਠਾ, ਇੱਥੇ ਵੀ ਆ ਗਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਸੁਣਾਉਂਦਾ ਤਾਂ ਹਾਂ ਮੈਂ ਡਰਦਾ ਡਰਦਾ ਇਹ ਚੀਜ਼। ਭਾਈ ਮਰਦਾਨਾ ਭਾਈ ਵਾਸਤੇ ਇੰਨੀ ਡਾਂਟ ਪੈ ਰਹੀ ਹੈ। ਜੇ ਸਾਡੀ ਪਰਖ ਹੋ ਜਾਏ ਔਖੀ ਹੈ। ਵੈਸੇ ਮੈਂ ਤਾਂ ਵੀ 1 ਟਾਈਮ ਦੀ ਰੋਟੀ ਨਾ ਖਾਵਾਂ, ਮੈਨੂੰ ਤਾਂ ਬਹੁਤ ਔਖਾ। ਮੈਂ ਤਾਂ ਆਪ ਭਾਈ ਮਰਦਾਨੇ ਵਾਂਗੂ ਰੌਲਾ ਪਾਉਣਾ, ਤੁਹਾਡਾ ਪਤਾ ਨਹੀਂ। ਪਰ ਸੁਣਾਉਣੀ ਪੈਂਦੀ ਜਾਂ ਸਾਖੀ ਮੂਹਰੇ ਆ ਜੇ। ਪਰ ਫਿਰ ਵੀ ਸਤਿਗੁਰੂ ਜੇ ਸੇਵਕ ਦੇ ਸਿਰ ਤੇ ਹੱਥ ਰੱਖਣ, ਸਮਰੱਥਾ ਦੇਣ, ਤਾਂ ਸਤਿਗੁਰੂ ਆਪ ਹੀ ਕਿਰਪਾ ਕਰਕੇ ਉਹਨੂੰ ਸੇਵਕ ਨੂੰ ਸੰਤੋਖ ਦੇ ਸਕਦੇ ਆ। ਜੇ ਸੰਤੋਖ ਦੇ ਦੇਣ ਤਾਂ ਸਤਿਗੁਰੂ ਦੀ ਬਖਸ਼ਿਸ਼ ਹੋ ਜੇ। ਬੂਝਣ ਲੱਗਾ ਬਹੁਰ ਮਰਦਾਨਾ। ਪੁੱਛਣ ਲੱਗਿਆ ਭਾਈ ਮਰਦਾਨਾ ਫੇਰ,
ਕਿਆ ਇਹ ਪੁਰ ਕੋ ਨਾਮ ਸੁਜਾਨਾ। ਇਹ ਸੱਚੇ ਪਾਤਸ਼ਾਹ ਜਿਹੜੀ ਪੁਰੀ ਹੈ ਸਾਹਮਣੇ, ਇਹਦਾ ਕੀ ਨਾਮ ਹੈ? ਸੁਨ ਸ੍ਰੀ ਗੁਰ ਨੇ ਦੀਨ ਬਤਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖ ਕਰਕੇ ਫਿਰ ਦੱਸਿਆ ਉਹਦਾ ਨਾਮ ਬ੍ਰਹਮਪੁਰ ਇਸ ਹੈ ਅਲਾਈ। ਇਹ ਮਰਦਾਨਾ ਇਹਦਾ ਨਾਮ ਹੈ ਬ੍ਰਹਮਪੁਰ। ਇਹਨੂੰ ਇਸ ਤਰੀਕੇ ਨਾਲ ਜੋ ਕਹਿੰਦੇ ਹਨ ਲੋਕ, ਇਹਨਾਂ ਅਧਿਆਵਾਂ ਵਿੱਚੋਂ ਜਾਪਦਾ ਕਿ ਅਸਾਮ ਦੇਸ਼ ਦਾ ਸੈਲ ਹੋ ਰਹੀ ਹੈ। ਉੱਥੋਂ ਦੀ ਬ੍ਰਹਮਕੁੰਡ ਨਾਮੇ ਇੱਕ ਜਗ੍ਹਾ ਡਿਬਰੂਗੜ੍ਹ ਤੋਂ ਪੂਰਬ ਉੱਤਰ ਵੱਲ ਹੈ। ਹੋ ਸਕਦਾ ਕਿ ਉਸ ਤੋਂ ਮੁਰਾਦ ਹੋਵੇ ਜਾਂ ਬ੍ਰਾਹਮਣ ਬੋਰੀਆਂ ਤੋਂ ਮੁਰਾਦ ਹੋਵੇ। ਇਸ ਤਰ੍ਹਾਂ ਬ੍ਰਾਹਮਣ ਬੇਰੀਆਂ ਹਨ ਇੱਕ ਇਲਾਕਾ ਜੋ ਟਿਪਰਾ ਪਹਾੜੀਆਂ ਦੇ ਪੱਛੋਂ ਵੱਲ ਮੇਘਨਾ ਨਦੀ ਦੇ ਲਾਗੇ ਹੈ। ਟਾਪੂ ਪਦ ਜ਼ਰੂਰੀ ਨਹੀਂ ਕਿ ਜਜ਼ੀਰੇ ਲਈ ਵਰਤਿਆ ਜਾਵੇ, ਉਹ ਤਾਂ ਇੱਕ ਇਲਾਕੇ ਦਾ ਵੀ ਦੱਸ ਸਕਦੇ ਨੇ। ਇਸ ਤਰ੍ਹਾਂ ਕਈ ਥਾਵਾਂ ਦੀ ਖੋਜ ਹੋਣੀ ਬਾਕੀ ਵੀ ਹੁੰਦੀ ਆ। ਸਤਿਗੁਰੂ ਮਹਾਰਾਜ ਕਿਉਂਕਿ ਉਧਰ ਹਲੇ ਘੁੰਮ ਰਹੇ, ਮਾਲ ਦਾ ਸ਼ਹਿਰ ਵੀ ਪੈਂਦਾ ਇੱਕ, ਉਧਰ ਜਾਂਦਿਆਂ ਜੋ ਕਲਕੱਤੇ ਤੋਂ ਅਸਾਮ ਵੱਲ ਜਾਈਏ ਮਾਲ ਦਾ ਸ਼ਹਿਰ ਪੈਂਦਾ। ਇੰਡੀਆ ਵਿੱਚ ਇੱਕ ਅੰਬ ਆਉਂਦਾ, ਉਹਦਾ ਨਾਮ ਆਉਂਦਾ ਹੀ ਮਾਲਦਾ ਦੇ ਇਲਾਕੇ ਦਾ ਅੰਬ ਹੋਣ ਕਰਕੇ ਉਹਨੂੰ ਮਾਲਦਾ ਕਹਿੰਦੇ ਨੇ। ਜਦੋਂ ਸਾਰਾ ਅੰਬ ਚੂਪ ਲਈ, ਉਹਦੀ ਗੁਠਲੀ ਵਿੱਚੋਂ ਬੜੀ ਨੀਲੇ ਜਿਹੇ ਰੰਗ ਦੀ ਲਿਸ਼ਕਣੀ ਮੱਖੀ ਨਿਕਲਦੀ ਹੈ, ਉਹਨੂੰ ਮੱਖੀ ਵਾਲਾ ਅੰਬ ਵੀ ਕਹਿੰਦੇ ਨੇ। ਇਸ ਤਰੀਕੇ ਨਾਲ ਸਤਿਗੁਰੂ ਉਹਨਾਂ ਇਲਾਕਿਆਂ ਦੇ ਵਿੱਚ ਵਿਚਰ ਰਹੇ ਹਨ। ਜਨਹੁ ਬ੍ਰਾਹਮਣ ਦੀ ਭੂਵਤ ਨਗਰਾ। ਇਹ ਬ੍ਰਹਮਪੁਰ ਇਹ ਨਗਰ ਹੈ ਤੇ ਜਾਨੋ ਬ੍ਰਾਹਮਣ ਭੂਪਤ ਨਗਰਾ। ਇੱਥੋਂ ਦਾ ਜਿਹੜਾ ਰਾਜਾ ਹੈ ਨਾ, ਉਹ ਸ਼ਹਿਰ ਦਾ ਉਹ ਬ੍ਰਾਹਮਣ ਜਾਣਨਾ ਕਰੋ। ਕਰਤ ਰਾਜ ਇਹ ਟਾਪੂ ਸਗਰਾ। ਇਸ ਟਾਪੂ ਸਾਰੇ ਉੱਤੇ ਇਲਾਕੇ ਉੱਤੇ ਉਹ ਰਾਜ ਕਰਦਾ ਹੈ। ਕਹਿਤ ਪਰਸ ਪਰ ਅਸਬਿਦ ਬੈਨਾ। ਪਰਸ ਪਰ ਹੁੰਦਾ ਆਪਸ ਵਿੱਚ ਇਸ ਤਰੀਕੇ ਨਾਲ ਬਚਨ ਕਰਦੇ ਹਨ। ਜੇ ਨਿਜ ਕਿੰਕਰ ਕੇ ਗਤ ਦੈਨਾ। ਜਿਹੜੇ ਆਪਣੇ ਕਿੰਕਰ ਹੁੰਦਾ ਦਾਸ, ਆਪਣੇ ਦਾਸਾਂ ਨੂੰ ਗਤ ਹੁੰਦੀ ਕਲਿਆਣ ਦੇ ਦੇਣ ਹਾਰੇ ਨੇ ਗੁਰੂ ਨਾਨਕ ਦੇਵ ਜੀ। ਦੇਸ਼ਨ ਬਿਰੰਦਾ ਮਿਰਗ ਲੱਗ ਆਏ। ਉਸ ਵਕਤ ਛੋਟੇ ਛੋਟੇ ਮਿਰਗ ਆ ਗਏ ਸਾਹਮਣੇ। ਚਿਕਿਤ ਬਿਲੋਕਤ ਸਰੂਨ ਉਠਾਏ। ਹੈਰਾਨੀ ਨਾਲ ਦੇਖਦੇ ਹੋਏ ਉਸ ਤਰ੍ਹਾਂ ਉਹਨਾਂ ਨੇ ਕੰਨ ਉੱਪਰ ਨੂੰ ਕਰ ਲਏ ਮਿਰਗਾਂ ਨੇ। ਭੈ ਕਰ ਭਾਗੇ ਜਾਹੇ ਅਗਾਰੇ। ਉਹ ਡਰ ਕਰਕੇ ਇੱਕਦਮ ਜਿਹੜੇ ਮਿਰਗ ਸੀ ਜੰਗਲ ਵਿੱਚੋਂ ਆਏ, ਦੌੜ ਕੇ ਅੱਗੇ ਲੰਘ ਗਏ। ਆਬਤ ਸੂਕਰਾ ਬਹੁਰ ਨਿਹਾਰੇ। ਫਿਰ ਸ਼ੂਕਰ ਸੀ, ਜੰਗਲ ਵਿੱਚ ਸੂਰ ਹੁੰਦੇ ਬਹੁਤ ਸਾਰੇ, ਉਹ ਚੱਲ ਕੇ ਆਏ ਸੂਰ। ਬਦਨ ਰਦਨ ਸਭ ਅਛਤ ਹੈ ਠੌਰੇ। ਉਹਨਾਂ ਦੇ ਜਿਹੜੇ ਸੀ ਨਾ ਮੁੱਖ ਦੇ ਉੱਤੇ ਦੰਦ ਵੱਡੇ ਵੱਡੇ ਸਨ। ਜਨ ਸੱਸ ਗਹੇ ਰਾਹੋ ਬਹੁ ਦੌਰੇ। ਇਸ ਤਰੀਕੇ ਨਾਲ ਸੂਰ ਦੌੜੇ ਜਾ ਰਹੇ ਨੇ, ਮਾਨੋ ਉਸ ਇਲਾਕੇ ਚੰਦਰਮਾ ਨੂੰ ਰਾਹੂ ਫੜ ਕੇ ਦੌੜੇ ਜਾ ਰਹੇ ਹਨ। ਆਏ ਤਿਨ ਕੇ ਸੁਆਨ ਪਿਛਾਰੀ। ਫਿਰ ਜੰਗਲ ਵਿੱਚ ਬਹੁਤ ਸਾਰੇ ਕੂਕਰ ਦੇਖੇ। ਗਹਿਨ ਹੇਤ ਦੌਰੇ ਬਲ ਧਾਰੀ। ਉਹ ਫੜਨ ਵਾਸਤੇ ਉਹਨਾਂ ਦੇ ਪਿੱਛੇ ਦੌੜਦੇ ਹੋਏ ਦੇਖੇ। ਲਏ ਬਾਵਰਾ ਪੁੰਨ ਨ ਰਿਆਏ। ਫਿਰ ਜਾਲ ਲੈ ਕੇ ਆਏ ਬੰਦੇ। ਉਹ ਕੂਕਰ ਅਸਲ ਵਿੱਚ ਬੰਦਿਆਂ ਨੇ ਛੱਡੇ ਹੋਏ ਸੀ। ਬਹਿਰੀ ਬਾਜ ਸੀ ਚਾਨ ਉਡਾਏ। ਬਹਿਰੀ ਬਾਜ ਸੀ ਚਾਨ, ਇਹ ਤਿੰਨੇ ਬਾਜ ਦੀਆਂ ਕਿਸਮ ਦੇ ਸ਼ਿਕਾਰੀ ਪੰਛੀ ਹੈ। ਜਿਨ ਤੇ ਬਹੁਤ ਵਿਹੰਗ ਗਹਾਏ। ਜਿਨ੍ਹਾਂ ਕੋਲੋਂ ਬਹੁਤ ਸਾਰੇ ਪੰਛੀ ਫੜਵਾਏ। ਬਹੁਰ ਸੂ ਸੌਰਾ ਦੋਰਾਵਤੇ ਆਏ। ਫਿਰ ਉਸ ਵਕਤ ਜਿਹੜੇ ਸੀ ਅਸਵਾਰ ਰਾਜੇ ਦੇ, ਉਹ ਘੋੜੇ ਭਜਾਉਂਦੇ ਆ ਗਏ। ਤਿਨ ਕੇ ਪਾਛੇ ਹੁਤੋ ਭਵਾਲਾ। ਉਹਨਾਂ ਦੇ ਪਿੱਛੇ ਜੀ ਭਵਾਲਾ ਜਿਹੜਾ ਸੀ ਰਾਜਾ, ਉਹ ਰਾਜਾ ਵੀ ਆ ਗਿਆ। ਜਾਂ ਕੀ ਸੋਭਾ ਦਿਵਤ ਵਿਸਾਲਾ। ਜਿਹਦੀ ਸ਼ੋਭਾ ਬੜੀ ਸੋਹਣੀ ਸੀ ਕਿਉਂਕਿ ਉਹ ਬ੍ਰਾਹਮਣ ਸੀ। ਜੈ ਵੈਸੇ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਸਤਿਗੁਰੂ ਸਜੇ। ਸੋ ਚੱਲ ਆਵਾ ਤਬ ਹੈ ਸਮੀਪਾ। ਉਹ ਚੱਲ ਕਰਕੇ ਉਸ ਵਕਤ ਸਮੀਪ ਆ ਗਿਆ। ਮਰਦਾਨੇ ਸੋ ਬੋਲਿਓ ਐਸੇ। ਮਰਦਾਨੇ ਨੂੰ ਉਸ ਵਕਤ ਆ ਕੇ ਬੋਲਿਆ, ਆਹੋ ਕੌਣ ਤੁਮ ਕਾਨਨ ਵੈਸੇ। ਉਹ ਬਈ ਤੁਸੀਂ ਕੌਣ ਹੋ ਇਹ ਜੰਗਲ ਵਿੱਚ ਜੋ ਬੈਠੇ ਹੋ। ਵੈਸਿਓ ਖਿਜਤਾ ਸ਼ੁਦਾ ਜਿਹੇ ਲਾਗੇ। ਉਹ ਭਾਈ ਮਰਦਾਨਾ ਥੋੜਾ ਅੰਦਰੋਂ ਖਿਜਿਆ ਜਿਹਾ ਬੈਠਾ ਸੀ, ਭੁੱਖ ਲੱਗੀ ਹੋਈ ਸੀ ਜ਼ਿਆਦਾ ਹੀ। ਨਿਰਪ ਬੁਝੇ ਤੇ ਰਿਸ ਪੁਨ ਜਾਗੇ। ਜਦ ਰਾਜੇ ਨੇ ਪੁੱਛਿਆ, ਮਰਦਾਨੇ ਨੂੰ ਗੁੱਸਾ ਹੋਰ ਆ ਗਿਆ। ਕਹਿਣ ਲੱਗਿਓ ਲੋਚਨ ਤੁਝ ਸੰਗਾ। ਕਹਿਣ ਲੱਗਿਆ ਅੱਖਾਂ ਨੀ ਲੱਗੀਆਂ ਤੈਨੂੰ, ਦੀਨਾ ਨਹੀਂ ਕੌਣ ਬੈਠੇ ਅਸੀਂ ਅੱਗੇ। ਦੇਖੋ ਹਮ ਮਾਨੁਖ ਸਰਬੰਗਾ। ਆ ਦੀਨਾ ਤੈਨੂੰ ਵੀ ਬੰਦੇ ਬੈਠੇ ਆ, ਹੋਰ ਕੌਣ ਆ ਅਸੀਂ। ਮਧੁਰ ਬੈਨ ਸੁਨ ਬੈਨ ਅਲਾਏ। ਇਹ ਰਾਜੇ ਦਾ ਨਾਮ ਸੀ ਮਧੁਰ ਬੈਨ।
ਇਹ ਸੁਣ ਕੇ ਬਚਨ ਕਹੇ, ਹੋ ਅਤੀਤ ਤੁਮ ਦੇਹੋ ਬਤਾਏ। ਤੁਸੀਂ ਅਤੀਤ ਲੱਗਦੇ ਹੋ, ਕੋਈ ਜਿਵੇਂ ਸੰਤ ਮਹਾਤਮਾ ਬਰਾਗੀ ਤਿਆਗੀ ਲੱਗਦੇ ਹੋ, ਦੱਸੋ। ਖਿਜ ਕੈ ਬਹੁ ਬੋਲਿਓ ਮਰਦਾਨਾ, ਖਿੱਚ ਕੇ ਫੇਰ ਭਾਈ ਮਰਦਾਨਾ ਬੋਲੇ, ਤੁਝ ਕਿਆ ਲੋਚਨ ਸੰਗ ਦਿਖਾਨਾ। ਕਹਿੰਦੇ ਤੈਨੂੰ ਅੱਖਾਂ ਨਾਲ ਕੀ ਦੀਂਦਾ ਵੀ ਅਸੀਂ ਕਿਤੇ ਗ੍ਰਸਤੀ ਆ, ਤੈਨੂੰ ਦੀਂਦਾ ਨਹੀਂ ਵੀ ਸਾਡੇ ਕੱਪੜੇ ਕਿਹੋ ਜਿਹੇ ਪਾਏ ਹੋਏ ਆ। ਅਸ ਕਹਿ ਬੰਕ ਨੈਣ ਕਰ ਹੀਰਾ, ਇਸ ਤਰੀਕੇ ਨਾਲ ਦੇਖ ਕੇ ਨਾ ਫਿਰ ਕਹਿ ਕੇ ਟੇਢੀਆਂ ਜਿਹੀਆਂ ਅੱਖਾਂ ਕਰਕੇ ਦੇਖਣ ਲੱਗਿਆ ਉਹਨਾਂ ਨੂੰ। ਨਿਰਪਸ ਬੋਲਿਓ ਬਚਨ ਨ ਫੇਰਾ, ਗੁੱਸੇ ਜੇ ਹੋ ਕੇ ਬੈਠਾ, ਰਾਜੇ ਨਾਲ ਬੋਲਿਆ ਹੀ ਨਹੀਂ ਮੁੜ ਕੇ। ਨੀਚ ਡੀਠ ਕਰ ਬੈਠ ਰਹਾਵਾ, ਆ ਡੀਠ ਹੁੰਦੀ ਅੱਖਾਂ ਨੀਵੀਆਂ ਕਰਕੇ ਭਾਈ ਮਰਦਾਨਾ ਬੈਠੇ ਰਹੇ, ਜਿਹ ਕਿਹ ਕੋ ਨਹਿ ਬੋਲ ਸੁਖਾਵਾ। ਕਿਉਂਕਿ ਉਹਨੂੰ ਕਿਸੇ ਦਾ ਬੋਲਣਾ ਸਿਖਾਉਂਦਾ ਹੀ ਨਹੀਂ ਸੀ। ਸੁਨ ਸ੍ਰੀ ਅੰਗਦ ਮੈਂ ਤਬ ਜਾਨੀ, ਉਸ ਵਕਤ ਹੇ ਗੁਰੂ ਅੰਗਦ ਦੇਵ ਜੀ, ਮੈਂ ਜਦੋਂ ਸੁਣਿਆ ਨਾ ਰਾਜੇ ਦਾ ਸੰਵਾਦ ਮਰਦਾਨੇ ਭਾਈ ਨਾਲ, ਭਾਈ ਬਾਲਾ ਜੀ ਕਹਿੰਦੇ ਮੈਂ ਜਾਣ ਗਿਆ। ਸ੍ਰੀ ਨਾਨਕ ਹੈ ਤੂਸਨ ਠਾਨੀ, ਗੁਰੂ ਨਾਨਕ ਦੇਵ ਜੀ ਨੇ ਤਾਂ ਚੁੱਪ ਧਾਰੀ ਹੋਈ ਸੀ। ਖਿਜਿਓ ਛੁਦਾ ਸੋ ਬਹੁ ਮਰਦਾਨਾ, ਫਿਰ ਭਾਈ ਮਰਦਾਨਾ ਜੀ ਬਹੁਤ ਖਿਜਿਆ ਭੁੱਖ ਨਾਲ। ਜਿਉ ਵਿਚਾਰ ਮੈਂ ਬਚਨ ਬਖਾਨਾ, ਇਉਂ ਵਿਚਾਰ ਕੇ ਕਹਿੰਦੇ ਮੈਂ ਬਚਨ ਕਿਹਾ। ਦੋਹਰਾ ਹਮ ਆਏ ਪਰਦੇਸ ਤੇ, ਕਿਸੂ ਸੋ ਨਾ ਪਛਾਨ। ਭਾਈ ਅਸੀਂ ਤਾਂ ਪਰਦੇਸ ਚੋਂ ਆਏ ਦੂਰੋਂ, ਸਾਡੀ ਕਿਸੇ ਨਾਲ ਜਾਣ ਪਛਾਣ ਨਹੀਂ ਹੈ। ਸੰਤ ਵੇਖ ਦੇਖਤ ਫਿਰੈ, ਅਬਨੀ ਸੁਭ ਇਸ ਥਾਨ। ਅਸੀਂ ਤਾਂ ਸੰਤ ਵੇਖ ਵਾਲੇ ਬੰਦੇ ਆ, ਸੰਤ ਮਹਾਤਮਾ ਸਾਡੇ ਮਾਲਕ ਬੈਠੇ ਨੇ ਇੱਧਰ, ਅਸੀਂ ਤਾਂ ਬਸ ਧਰਤੀ ਨੂੰ ਦੇਖਦੇ ਫਿਰਦੇ ਆ, ਥਾਂ ਥਾਂ ਵਿਚਰ ਰਹੇ ਆ। ਜੋ ਪਈ ਅਗਰਜ ਤਹੈ ਟਾਪੂ ਸੁਧ ਹੋਈ, ਕਿਉਂਕਿ ਅੱਗੇ ਉਸ ਟਾਪੂ ਤੇ ਖਬਰ ਹੋ ਚੁੱਕੀ ਸੀ ਇਹ, ਏਕ ਤਪਾ ਹੈ ਨਾਨਕ ਕੋਈ, ਬਈ ਇੱਕ ਕੋਈ ਤਪਾ ਹੈ ਗੁਰੂ ਨਾਨਕ ਨਾਮ ਕਰਕੇ। ਝੰਡੇ ਕੋ ਸਤਿਗੁਰੂ ਬਣਾਇਆ, ਉਹਨੇ ਭਾਈ ਝੰਡੇ ਨੂੰ ਸਤਿਗੁਰੂ ਅੱਗੇ ਬਣਾਇਆ, ਭਾਵ ਉਸਤਾਦ ਬਣਾਇਆ ਅੱਗੇ। ਸੁਦਰਸੈਨ ਬਹੁ ਭੂਪ ਵਧਾਇਆ, ਸੁਦਰਸੈਨ ਰਾਜੇ ਦਾ ਰਾਜ ਵਧਾਇਆ ਉਹਨਾਂ ਨੇ। ਇੱਥੇ ਉਹ ਖਬਰ ਪਹੁੰਚੀ ਹੋਈ ਸੀ ਪਹਿਲਾਂ। ਮਧੁਰ ਬੈਨ ਸਮਝੀ ਮਨ ਮਾਹੀ, ਮਧੁਰ ਬੈਨ ਰਾਜੇ ਨੇ ਸੁਣ ਕੇ ਮਨ ਦੇ ਅੰਦਰ ਇਹ ਗੱਲ ਸਮਝੀ। ਸੋ ਤਪਾ ਸੁਨਿਓ ਜਸ ਜਾਹੀ, ਕਿਤੇ ਉਹੀ ਤਪਾ ਤਾਂ ਨਹੀਂ ਜਿਹਦਾ ਜਸ ਮੈਂ ਸੁਣਿਆ ਹੋਇਆ ਪਹਿਲਾਂ। ਨਿਸ਼ਚੇ ਕਰ ਬੂਝਨ ਕੇ ਕਾਰਨ, ਉਹਨੇ ਪੁੱਛਣ ਵਾਸਤੇ ਹੀ ਨਿਸ਼ਚੇ ਕਰਕੇ, ਬਹੁਰੋ ਕੀਨ ਬਚਨ ਉਚਾਰਨ। ਬਈ ਨਿਸ਼ਚਾ ਹੋ ਜੇ ਫੇਰ ਬਚਨ ਕਿਹਾ। ਕੋ ਹੈ ਨਾਮ ਕੌਣ ਤੁਮ ਦੇਸਾ, ਕੀ ਨਾਮ ਹੈ ਭਾਈ ਤੁਹਾਡਾ, ਕਿਹੜਾ ਦੇਸ਼ ਹੈ। ਕਹਾਂ ਸਦਾਰਿਓ ਕਾਂਕੋ ਵੇਸਾ, ਕਿੱਧਰ ਨੂੰ ਸੁਧਾਰ ਰਹੇ ਹੋ, ਜਾ ਰਹੇ ਹੋ, ਤੇ ਕੀ ਤੁਹਾਡਾ ਲਿਬਾਸ ਹੈ। ਸੁਨ ਮੈਂ ਕਹਿਓ ਨਾਮ ਮਮ ਬਾਲਾ, ਸੁਣ ਕੇ ਮੈਂ ਕਿਹਾ ਮੇਰਾ ਨਾਮ ਹੈ ਭਾਈ ਬਾਲਾ। ਇਹ ਸਰੂਪ ਸ੍ਰੀ ਨਾਨਕ ਦਿਆਲਾ, ਇਹ ਸਰੂਪ ਨੇ ਨਾ ਜਿਹੜੇ ਗੁਰੂ ਨਾਨਕ ਦੇਵ ਜੀ, ਇਹ ਦਿਆਲੂ ਸਰੂਪ ਗੁਰੂ ਨਾਨਕ ਦੇਵ ਜੀ ਬੈਠੇ। ਸਵੇਰ ਦੀ ਕਥਾ 'ਚ ਅੱਜ ਸਵੇਰੇ ਵੀ ਆਇਆ ਸੀ, ਕੱਲ ਵੀ ਆਇਆ ਸੀ। ਇਹ ਦੋ ਚੀਜ਼ਾਂ ਹੁੰਦੀਆਂ ਨੇ, ਤਿੰਨ ਚੀਜ਼ਾਂ ਹੁੰਦੀਆਂ। ਇੱਕ ਹੁੰਦਾ ਕਰੂਪ, ਉਹ ਅਲੱਗ ਚੀਜ਼ ਹੈ, ਉਹ ਤਾਂ ਵੱਖਰੀ ਹੋਈ ਹੈ ਨਾ। ਇੱਕ ਹੁੰਦਾ ਰੂਪ, ਰੂਪ ਹੁੰਦਾ ਜਿਹੜਾ ਆਪਣਾ ਬਾਹਰਲਾ ਸਰੀਰ ਹੈ। ਇੱਕ ਹੁੰਦਾ ਸਰੂਪ, ਜਿਹੜਾ ਆਪਣਾ ਅੰਦਰਲਾ ਆਤਮਾ ਹੁੰਦਾ। ਇਹ ਦੋ ਚੀਜ਼ਾਂ ਸਵੇਰ ਦੀ ਕਥਾ 'ਚ 2 ਦਿਨ ਤੋਂ ਆ ਰਹੀਆਂ। ਰੂਪ ਅਤੇ ਸਰੂਪ ਦਾ ਫਰਕ ਦੱਸ ਰਹੇ ਨੇ। ਰੂਪ ਹੁੰਦਾ ਬਾਹਰਲਾ, ਜਿਵੇਂ ਆਪਣਾ ਕੋਈ ਨਾਉ ਹੈ, ਸ਼ੀਸ਼ੇ ਮੂਹਰੇ ਖੜ ਕੇ ਦੇਖੋ ਆਪਣਾ ਰੂਪ ਦਿਖਦਾ, ਇਹਦਾ ਰੂਪ ਬੜਾ ਚੰਗਾ ਹੈ, ਇਹਦਾ ਰੂਪ ਬੜਾ ਮਾੜਾ ਹੈ, ਕਾਲਾ ਚਿੱਟਾ ਇਹ ਰੂਪ ਹੈ ਸਾਡਾ। ਜਾਤ ਗੋਤ ਪਾਤ ਅਹੁਦਾ ਵੀ ਹੈ। ਇਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਰੂਪ ਦਿੰਦੇ ਆ, ਇਹ ਰੂਪ ਹੈ, ਬੜਾ ਰੂਪ ਹੈ ਫਲਾਣੇ ਦਾ। ਅਰੇ ਜਿਹੜਾ ਬਾਹਰਲਾ ਰੂਪ ਹੈ ਅਸਲ ਵਿੱਚ ਇਹ ਨਾਸਵੰਤ ਹੁੰਦਾ। ਜਿਹੜੀ ਆਪਣੀ ਅੰਦਰ ਆਤਮਾ, ਇਹ ਸਾਡਾ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਸ਼ੀਸ਼ੇ ਮੂਹਰੇ ਖੜ ਕੇ ਦੇਖੋ ਆਪਣਾ ਰੂਪ। ਪਿਛਲੇ ਜਨਮ ਵਿੱਚ ਆਪਾਂ ਕੁਝ ਹੋਰ ਜਿਹੇ ਸੀਗੇ, ਉਦੋਂ ਪਿਛਲੇ 'ਚ ਹੋਰ ਸੀਗੇ, ਉਦੋਂ ਪਿਛਲੇ 'ਚ ਹੋਰ ਸੀਗੇ। ਕਦੇ ਕੁਛ ਬਣਦੇ ਤੁਰੇ ਜਾਂਦੇ ਆ। ਇਹ ਬਾਹਰਲੇ ਰੂਪ ਤੇ ਨਾ ਜਾਓ, ਅੰਦਰਲੇ ਤੇ ਆਓ। ਅੰਦਰਲੇ ਸਰੂਪ ਨੂੰ ਦੇਖੋ, ਮੈਂ ਕੌਣ ਹਾਂ। ਇਹੀ ਸਤਿਗੁਰੂ ਦਾ, ਸੱਚੇ ਪਾਤਸ਼ਾਹ ਦਾ, ਕਿਉਂਕਿ ਇੱਥੇ ਸਰੂਪ ਅੱਖਰ ਦੀ ਵਰਤੋਂ ਕੀਤੀ ਹੈ। ਗੁਰੂ ਨਾਨਕ ਸਾਹਿਬ ਦਾ ਬਾਹਰਲਾ ਵੀ ਸਰੂਪ ਹੀ ਹੈ ਤੇ ਅੰਦਰਲਾ ਵੀ ਸਰੂਪ ਹੀ ਹੈ, ਕਿਉਂਕਿ ਉਹ ਇੱਕਮੇਕੀ ਨੇ। ਉਹੀ ਸਰੂਪ ਹਮੇਸ਼ਾ ਉਹਨਾਂ ਦਾ ਤੂੰ ਸਦਾ ਸਲਾਮਤ ਨਿਰੰਕਾਰ ਵਾਲਾ
ਹਮੇਸ਼ਾ ਹੀ ਸਰੂਪ ਰਹਿੰਦਾ ਹੈ। ਦੋਹਰਾ ਜਾਂ ਕੋ ਮਰਦਾਨਾ ਹੈ ਮਦਰ ਦੇ ਸਹਮ ਧਾਮ। ਇਹ ਜਿਹੜਾ ਮੇਰਾ ਸਾਥੀ ਹੈ ਨਾ, ਖਿੱਚ ਕੇ ਜੇ ਬੋਲਦਾ, ਇਹਦਾ ਨਾਮ ਮਰਦਾਨਾ। ਮਦਰ ਦੇਸ਼ ਹੁੰਦਾ ਪੰਜਾਬ, ਅਸੀਂ ਪੰਜਾਬ ਦੇਸ਼ ਤੋਂ ਆਏ ਹਾਂ। ਸੇਵਤ ਸ੍ਰੀ ਗੁਰ ਪਦ ਪਦਮਾ ਮੁਕਤ ਹੋਣ ਕੇ ਕਾਮ। ਅਸੀਂ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਾਂ, ਇਸ ਕਰਕੇ ਵੀ ਅਸੀਂ ਮੁਕਤ ਹੋ ਜਾਈਏ, ਇਹ ਸਾਡੀ ਕਾਮਨਾ ਪੂਰੀ ਹੋ ਜਾਵੇ। ਚੌਪਈ ਹਰਖਿਓ ਮਦਰ ਬੈਨ ਸੁਨ ਬੈਨਾ। ਮਦਰ ਬੈਨ ਜਿਹੜਾ ਰਾਜਾ ਸੀ, ਸੁਣ ਕੇ ਉਸ ਵਕਤ ਬਹੁਤ ਖੁਸ਼ ਹੋਇਆ। ਨਿਹਚੇ ਲਖਿਓ ਹਿਰਦੇ ਗਤ ਦੇਨਾ। ਉਹਨੇ ਮਨ ਦੇ ਅੰਦਰ ਪੱਕਾ ਜਾਣ ਲਿਆ ਵੀ ਇਹ ਕਲਿਆਣ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਹੈ। ਉੱਤਰ ਤੁਰੰਤ ਜੋਰ ਜੁਗ ਹੱਥਾ। ਉੱਤਰ ਕੇ ਤੁਰੰਗ ਤੋਂ, ਘੋੜੇ ਤੋਂ ਦੋਨੇ ਹੱਥ ਜੋੜੇ ਉਸੇ ਵਕਤ ਹੀ। ਭਇਓ ਦੀਨ ਬੰਦੇ ਜਗਨਾਥਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਉਹਨੇ। ਇਹ ਪ੍ਰੇਮ ਪੁਨ ਬਿਨੈ ਬਖਾਨੀ। ਬੜਾ ਪ੍ਰੇਮ ਕਰਕੇ ਬੇਨਤੀ ਕੀਤੀ ਇਹਨੇ। ਗਵਨਿਓ ਨਗਰ ਵਿਖੈ ਗੁਣ ਖਾਨੀ। ਇਹ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ, ਆਓ ਜੀ ਸਾਡੇ ਨਗਰ 'ਚ ਚਰਨ ਪਾਓ ਜੀ। ਜੈ ਮੰਦਰ ਬਹੁ ਬਨੇ ਵਿਚਿਤਰਾ। ਜਿੱਥੇ ਬੜੇ ਸੁੰਦਰ ਮਹਿਲ ਬਣੇ ਹੋਏ ਨੇ ਸਾਡੇ। ਪਾਈ ਪਾਓ ਨਿਜ ਕਰਹੁ ਪਵਿੱਤਰਾ। ਆਓ ਮਹਾਰਾਜ ਜੀ, ਆਪਣੇ ਚਰਨ ਪਾ ਕੇ ਪਵਿੱਤਰ ਕਰ ਦਿਓ ਜੀ। ਕਰ ਅੰਨ ਬਣਾਏ ਭੰਡਾਰਾ। ਸੋ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਲੈ ਕਰ ਅੰਨ ਬਣਾਏ ਭੰਡਾਰਾ। ਸਾਡੇ ਕੋਲ ਤੁਸੀਂ ਅੰਨ ਲੈ ਲਓ, ਭੰਡਾਰਾ ਤਿਆਰ ਕਰੋ। ਜੇ ਆਪਣੀ ਤੁਹਾਡੀ ਇੱਛਾ ਹੈ ਕਹੋ ਤਾਂ ਅਸੀਂ ਕਰ ਦਿੰਦੇ ਹਾਂ। ਚਾਹੋ ਆਪ ਕਰ ਮਧੁਰ ਆਹਾਰਾ। ਮਿੱਠੇ ਮਿੱਠੇ ਭੋਜਨ ਬਣਾ ਕੇ ਆਪ ਛਕੋ ਜੀ। ਰੰਗ ਅਨੇਕ ਲਿਹੋ ਸੁਠ ਚੀਰੰ। ਅਨੇਕ ਰੰਗਾਂ ਦੇ ਸੁੰਦਰ ਸੁੰਦਰ ਵਸਤਰ ਲੈ ਲਓ ਜੀ। ਪਹਿਰੋ ਗੁਨੀ ਗਹੀਰ ਸਰੀਰੰ। ਇਹ ਗੁਣਾਂ ਦੇ ਖਜ਼ਾਨੇ ਜੀ ਆਪਣੇ ਸਰੀਰ ਤੇ ਪਾਓ ਜੀ। ਪੁਰਨਾ ਚਲਿਓ ਤੋਂ ਇਹਾਂ ਪਹੁੰਚਾਵੋ। ਜੇ ਤੁਸੀਂ ਉੱਥੇ ਨਹੀਂ ਜਾਣਾ ਬਈ ਸਾਡੀ ਪੂਰੀ ਵਿੱਚ, ਤਾਂ ਇੱਥੇ ਪਹੁੰਚਾ ਦਿੰਦੇ ਆ ਸਾਰਾ ਕੁਝ, ਇੱਥੇ ਲੈ ਲਓ ਜੀ। ਕਰੋ ਸਬਿਦ ਜਸ ਆਇਸ ਪਾਵੋ। ਸੋ ਦੱਸੋ ਹੁਣ ਕਿਵੇਂ ਕਰਨਾ, ਜਿਵੇਂ ਤੁਹਾਡਾ ਹੁਕਮ ਹੋਵੇ। ਉੱਥੇ ਚੱਲ ਕੇ ਛਕਣਾ ਹੈ ਕਿ ਜਾਂ ਮੈਂ ਇੱਥੇ ਭੇਜ ਦਿਆਂ। ਸੁਣ ਭਵਾਲ ਕੇ ਐਸੀ ਬਾਣੀ। ਸੁਣ ਕੇ ਭਵਾਲ ਤੋਂ ਭਾਵ ਰਾਜੇ ਦੀ ਇਹੀ ਜੀ ਬਾਣੀ। ਬੋਲੇ ਬਚਨ ਗੁਰੂ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੋਲੇ। ਬਿਲਾਵਲ ਮਹਲਾ ਪਹਿਲਾ। ਏਕ ਭੰਡਾਰਾ ਨਾਮ ਕਾ ਜਿਨ ਸਭ ਕਿਛ ਦੀਆ। ਇਹ ਬਿਲਾਵਲ ਰਾਗ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਨਹੀਂ ਹੈ। ਇਹ ਬਾਅਦ ਵਿੱਚ ਜਿਵੇਂ ਜਨਮ ਸਾਖੀ 'ਚ ਲਿਖਿਆ ਜਾਂ ਹੋਰ ਕਿਸੇ ਨੇ ਆਪਣੀ ਕਾਵ ਰਚਨਾ ਕਰ ਦਿੱਤੀ ਹੁੰਦੀ, ਜਿਵੇਂ ਕਵੀ ਜੀ ਨੇ ਕੀਤੀ ਕਾਵ ਰਚਨਾ, ਇਸ ਤਰ੍ਹਾਂ ਇਹਦਾ ਭਾਵ ਅਰਥ ਉਹੀ ਹੈ। ਏਕ ਭੰਡਾਰਾ ਨਾਮ ਕਾ ਜਿਨ ਸਭ ਕਿਛ ਦੀਆ। ਸਾਡੇ ਕੋਲ ਨਾਮ ਦਾ ਭੰਡਾਰ ਹੈ। ਨਾਮ ਦੇ ਭੰਡਾਰ ਨੇ ਸਭ ਕੁਝ ਬਖਸ਼ਿਸ਼ ਕੀਤਾ ਹੋਇਆ, ਕੋਈ ਇੱਛਾ ਨਹੀਂ ਹੈ ਸਾਡੀ। ਭੂਖ ਨੰਗ ਸਭ ਛੀਨ ਕੈ ਆਪਣਾ ਕਰ ਲਿਆ। ਕਿਉਂਕਿ ਨਾਮ ਨੇ ਕਿਰਪਾ ਕੀਤੀ, ਭੁੱਖ ਨੰਗ ਸਾਡਾ ਦੂਰ ਕਰ ਦਿੱਤਾ ਹੈ ਤੇ ਪਰਮੇਸ਼ਰ ਨੇ ਸਾਨੂੰ ਆਪਣਾ ਬਣਾ ਲਿਆ। ਐਸਾ ਨਾਮ ਨ ਸੋਢੀਐ ਸਦ ਸੰਗ ਹਮਾਰੇ। ਇਹ ਨਾਮ ਸਦਾ ਹੀ ਸਾਡੇ ਸੰਗ ਰਹਿੰਦਾ ਹੈ, ਤਾਂ ਤੇ ਇਹ ਜੇ ਨਾਮ ਨੂੰ ਅਸੀਂ ਨਹੀਂ ਛੱਡਦੇ, ਤੁਸੀਂ ਵੀ ਨਾ ਛੱਡੋ। ਲੇਖਾ ਕੋਈ ਨਾ ਪੁੱਛਾਈ ਮਨ ਮੀਤ ਪਿਆਰੇ। ਸੋ ਇਹ ਲੇਖਾ ਨਹੀਂ ਕੋਈ ਪੁੱਛਦਾ ਜੇ ਨਾਮ ਹਿਰਦੇ 'ਚ ਹੋਵੇ ਨਾ, ਇਹ ਮਿੱਤਰ ਪਿਆਰਿਆ। ਰਹਾਉ ਭੋਜਨ ਉੱਤਮ ਹਮ ਕੀਆ ਸੰਤਨ ਪ੍ਰਸਾਦ। ਉੱਤਮ ਭੋਜਨ ਅਸੀਂ ਕੀਤਾ ਹੈ ਸੰਤਾਂ ਦੀ ਕਿਰਪਾ ਨਾਲ। ਗੁਰੂ ਨਾਨਕ ਸਾਹਿਬ ਆਪਣੀ ਮਹਿਮਾ ਨਹੀਂ ਕਰਦੇ, ਸੰਗਤ ਦੀ, ਸੰਤਾਂ ਮਹਾਤਮਾ ਦੀ ਕਰਦੇ ਨੇ। ਜਲ ਸੀਤਲ ਸਤ ਕੀਆ ਸਤ ਕਾ ਪੀਆ ਹਿਰਦੇ ਮਹਿ ਸ਼ਾਂਤ। ਅਸੀਂ ਸਤ ਦਾ ਪਿਆਲਾ ਪੀਤਾ ਨਾਮ ਦਾ, ਉਹ ਨਾਮ ਦਾ ਪਿਆਲਾ ਪੀਣ ਨਾਲ ਹਿਰਦੇ 'ਚ ਸਾਡੇ ਸ਼ਾਂਤੀ ਆ ਗਈ ਹੈ। ਵਸਤਰ ਬ੍ਰਹਮ ਪਛਾਣਿਆ ਕਾਇਆ ਕੇ ਸੰਗ। ਜਿਹੜਾ ਸਰੀਰ ਦੇ ਉੱਤੇ ਅਸੀਂ ਵਸਤਰ ਪਾਇਆ ਹੋਇਆ ਨਾ, ਇਹ ਕਾਇਆ ਦੇ ਉੱਤੇ ਵਸਤਰ ਬ੍ਰਹਮ ਵਸਤਰ ਪਾਇਆ। ਬ੍ਰਹਮ ਵਸਤਰ ਉਹ ਹੁੰਦਾ ਜਿਹੜਾ ਨਾਮ ਦਾ ਹੋਵੇ। ਕਿਉਂਕਿ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਇਹ ਬ੍ਰਹਮ ਵਸਤਰ ਵੀ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਲੱਖ 84 ਏਕ ਹੈ ਹੋਏ ਨਿਰਭੰਗ। ਸੋ 84 ਜੂਨ ਜਿਹੜੀ ਆ ਨਾ, ਲੱਖ 84 ਹੁਣ ਇਹ ਸਾਡੀ ਖਤਮ ਹੋ ਚੁੱਕੀ ਹੈ। ਅਸੀਂ ਇੱਕਮਿਕ ਹੋ ਗਏ ਰੱਬ ਦੇ ਨਾਲ। ਨਾਨਕ ਕਹੇ ਰਾਜਿੰਦਰ ਸੁਣ ਸਭ ਝੂਠ ਪਸਾਰਾ। ਰਾਜ ਇੰਦਰ ਹੁੰਦਾ, ਰਾਜੇ ਨੂੰ ਕਹਿੰਦੇ ਰਾਜਾ ਸੁਣ। ਗੁਰੂ ਨਾਨਕ ਸਾਹਿਬ ਕਹਿੰਦੇ ਆ ਜਿਹੜਾ ਤੂੰ ਪਸਾਰਾ ਲਈ ਫਿਰਦਾ ਨਾ, ਇਹ ਜਿੰਨਾ ਹਾਥੀ ਘੋੜੇ ਮਾਲ ਡੰਗਰ ਮਹਿਲ ਮਾੜੀਆਂ ਪੈਸਾ ਦੌਲਤ ਖਜ਼ਾਨਾ,
ਇਹ ਸਭ ਬੇਕਾਰ ਹੈ, ਇਹ ਝੂਠ ਦਾ ਪਸਾਰਾ ਹੈ, ਐਵੇਂ ਤੈਨੂੰ ਇਹਦਾ ਮਾਣ ਹੋ ਰਿਹਾ ਹੈ। ਦ੍ਰਿਸ਼ਟਮਾਨ ਸਭ ਬਿਨ ਸਜਾਈ ਰਹੇ ਏਕ ਓੰਕਾਰਾ। ਇਹ ਅੱਖਾਂ ਨਾਲ ਜਿੰਨਾ ਕੋ ਦ੍ਰਿਸ਼ਟੀ ਚ ਆ ਰਿਹਾ ਸਭ ਨਾਸ ਹੋ ਜਾਣਾ, ਸਿਰਫ ਇੱਕ ਓੰਕਾਰ ਨੇ ਰਹਿਣਾ ਹੈ। ਦੋਹਰਾ ਸੁਨੇ ਬੈਨ ਮਨ ਦੀਨ ਹਵੈ, ਬੰਦੇ ਦੋਨੋਂ ਪਾਨ। ਜਦੋਂ ਮਹਾਰਾਜ ਦੇ ਉਹ ਬਚਨ ਸੁਣੇ, ਮਨ ਦੇ ਅੰਦਰ ਬੜੀ ਨਿਮਰਤਾ ਚ ਆ ਕੇ ਦੋਨੇ ਹੱਥ ਜੋੜੇ। ਕਹਿ ਕਰੋ ਉਪਦੇਸ਼ ਮੁਝ, ਅਧਿਕਾਰੀ ਸੁਭ ਜਾਨ। ਮਹਾਰਾਜ ਜੀ ਮੈਨੂੰ ਚੰਗਾ ਅਧਿਕਾਰੀ ਜਾਣ ਕੇ, ਲਾਇਕ ਜਾਣ ਕੇ ਉਪਦੇਸ਼ ਦੇ। ਪਹਿਲਾਂ ਲਾਇਕ, ਉਪਦੇਸ਼ ਦੇ ਲਾਇਕ ਬਣਨਾ ਪੈਂਦਾ। ਹੁਣ ਕਈ ਵਾਰੀ ਉਪਦੇਸ਼ ਆਪਣਾ ਕਥਾ ਵਿੱਚ ਬੜਾ ਡੂੰਘਾ ਆ ਜਾਂਦਾ, ਕਈ ਕਹਿਣਗੇ ਸਾਡੀ ਸਮਝ ਹੀ ਲੱਗਿਆ। ਉਪਦੇਸ਼ ਤਾਂ ਕਈ ਵਾਰੀ ਕਿਹਾ ਜਾ ਹੁੰਦਾ, ਕਈ ਵਾਰੀ ਕਿਹਾ ਜਾ। ਅਧਿਕਾਰੀ ਜਾਣ ਕੇ ਉਪਦੇਸ਼ ਦੇਣਾ ਪੈਂਦਾ। ਜਿਹਾ ਜਿਹਾ ਬੰਦਾ ਆ ਗਿਆ, ਜਿਹਾ ਜਿਹਾ ਕੁਐਸਚਨ ਕਰੇ, ਫਿਰ ਉਹੋ ਜਿਹਾ ਉਪਦੇਸ਼ ਹੁੰਦਾ। ਹੁਣ ਸਿਰੇ ਤੋਂ ਲੈ ਕੇ ਸਿਰੇ ਤੱਕ ਦਾ ਉਪਦੇਸ਼ ਹੈ, 1 ਤੋਂ ਲੈ ਕੇ 100 ਤੱਕ ਉਪਦੇਸ਼ ਹੈ। ਕਿਹਨੇ ਕਿਹਾ ਜਾ ਸੁਣਨਾ, ਜਿਹੀ ਜੀ ਗੱਲ ਛੇੜ ਲਈ। ਜਿਹਾ ਜਿਹਾ ਅਰਦਾਸ, ਹੁਣ ਅਰਦਾਸ ਕਰਦੇ ਆ, ਮਹਾਰਾਜ ਜੀ ਮੇਰਾ ਕੰਮ ਬਣ ਜੇ। ਸਤਿਗੁਰੂ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜੇ ਮਹਾਰਾਜ ਨੂੰ ਕਹੇ ਮਹਾਰਾਜ ਮੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰੋ, ਸਤਿਗੁਰੂ ਉਹੋ ਜਿਹਾ ਹੁਕਮਨਾਮਾ ਦੇ ਦਿੰਦੇ। ਤੇ ਜੇ ਕੋਈ ਪਦਾਰਥ ਮੰਗਦਾ ਉਹਨੂੰ ਪਦਾਰਥ, ਜੇ ਕੋਈ ਹੋਰ ਮੰਗਦਾ ਉਹਨੂੰ ਹੋਰ। ਇਸੇ ਤਰ੍ਹਾਂ ਹੀ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਆਪਾਂ ਉਹਨਾਂ ਕੋਲ ਜਦ ਜਾਂਦੇ ਆ, ਆਮ ਤੌਰ ਤੇ ਜਿਹੜੇ ਅੱਜ ਕੱਲ੍ਹ ਦੇ ਲੋਕ ਆ, ਇਹ ਤਾਂ ਹੁਣ ਵਿਚਾਰੇ ਗਏ ਗਵਾਚੇ ਜੇ ਜ਼ਿਆਦਾ ਹੋ ਗਏ ਆ। ਇਹ ਬ੍ਰਹਮ ਗਿਆਨੀ ਕੋਲ ਬਹੁਤੇ ਲੋਕ ਦੇਖੇ ਜਾਣ, ਬਾਬਾ ਜੀ ਮੇਰਾ ਸਿਰ ਨਹੀਂ ਦੁਖਣੋਂ ਹਟਦਾ, ਇਹ ਲੱਤ ਬੜੀ ਦੁਖਦੀ, ਲੱਕ ਬੜਾ ਦੁਖਦਾ, ਆ ਸਾਡਾ ਨਿਆਣਾ ਪੜ੍ਹਦਾ ਨਹੀਂ। ਵੀ ਉਹ ਕਿਤੇ ਐਵੇਂ ਹੀ ਆ। ਨਾਲੇ ਕਹਿਣਗੇ ਅਸੀਂ ਬ੍ਰਹਮ ਗਿਆਨੀ ਲੱਭਦੇ, ਫਿਰ ਨਿਆਣੇ ਪੜ੍ਹਾਉਣ ਤਾਂ ਨਹੀਂ ਬ੍ਰਹਮ ਗਿਆਨੀ। ਉਹ ਜਿਹੜੀ ਰਾਜੇ ਕੋਲੋਂ ਹੀਰਾ ਲੈਣਾ ਸੀ ਉਹ ਤਾਂ ਲਿਆ ਹੀ ਨਹੀਂ। ਐਸੋ ਹੀਰਾ ਨਿਰਮਲ ਨਾਮ। ਲੋਕੀ ਨਾ ਤੇ ਬ੍ਰਹਮ ਗਿਆਨੀ ਕੋਲ ਜਾ ਕੇ ਕੋਈ ਸਿੱਖੀ ਦੀ ਗੱਲ ਕਰਦੇ, ਨਾ ਨਾਮ ਦੀ। ਕਿ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਵੇਲੇ ਬਹੁਤ ਭਾਰੀ ਇਕੱਠ, 7 ਲੱਖ ਬੰਦਾ ਇਕੱਠਾ ਹੋਇਆ, ਮੈਂ ਸੁਣਿਆ ਇਹ। ਸੋ ਉਸ ਵਕਤ ਜਦੋਂ ਇੰਨਾ ਇਕੱਠ ਦੇਖਿਆ ਤਾਂ ਪ੍ਰੇਮੀ ਗਏ, ਮਹਾਰਾਜ ਜੀ ਬੜਾ ਮੇਲਾ ਲੱਗਿਆ ਐਤਕੀ ਦਾ ਜੀ, ਬੜਾ ਇਕੱਠ ਆ, ਬੜੀ ਸੰਗਤ ਆਈ ਆ ਜੀ। ਮਹਾਂਪੁਰਸ਼ ਕਹਿੰਦੇ ਹਾਂ 2 ਜਾਣੇ ਆਏ ਆ। ਉਹ ਕਹਿੰਦੇ ਮਹਾਰਾਜ 2 ਜਾਣੇ ਆਏ, 7 ਲੱਖ ਬੰਦਾ ਗਿਣਿਆ ਅਸੀਂ ਆਪਣੇ ਹਿਸਾਬ ਨਾਲ, ਵੀ ਇੰਨਾ ਬੰਦਾ ਰੋਟੀ ਖਾ ਗਿਆ। ਉਦੋਂ ਲੂਣ ਦਾ ਹਿਸਾਬ ਲਾ ਲੈਂਦੇ, ਵੀ ਇੰਨਾ ਲੂਣ ਇੰਨੀ ਦਾਲ 'ਚ ਜੇ ਪਿਆ, ਇੰਨੀ ਦਾਲ ਬਣੀ, ਇੰਨੇ ਲੋਕਾਂ ਨੇ ਉਹ ਖਾਧੀ। ਉਹ ਇਸ ਤਰ੍ਹਾਂ ਪੁਰਾਣੀ ਕੈਲਕੂਲੇਸ਼ਨ ਕਰ ਲੈਂਦੇ। ਕਹਿੰਦੇ ਮਹਾਰਾਜ 7 ਲੱਖ ਬੰਦਾ ਰੋਟੀ ਖਾ ਗਿਆ ਹੋਣਾ, ਜਲੇਬੀਆਂ ਲੰਗਰ। ਕਹਿੰਦੇ ਹਾਂ 2 ਜਾਣੇ ਆਏ ਸੀ। ਫਿਰ ਉਹਨਾਂ ਨੂੰ ਸਮਝ ਨਹੀਂ ਲੱਗੀ, ਕਹਿੰਦੇ ਮਹਾਰਾਜ ਜੀ 2 ਜਾਣੇ ਕਿਵੇਂ ਆਏ ਸੀ? ਕਹਿੰਦੇ ਮੇਰੇ ਕੋਲ ਸਿਰਫ 2 ਬੰਦੇ ਆਏ 7 ਲੱਖ ਚੋਂ, ਜਿਨ੍ਹਾਂ ਨੇ ਇਹ ਕਿਹਾ ਵੀ ਸਾਡਾ ਜੰਮਣਾ ਮਰਨਾ ਕੱਟ ਦਿਓ, ਬਾਕੀ ਸਭ ਤੇ ਇੱਥੇ ਜਲੇਬੀਆਂ ਲੱਡੂ ਖਾਣ ਵਾਲੇ ਹੀ ਆਏ ਹੋਏ ਆ। ਕਹਿੰਦੇ ਬਸ ਚਲੋ ਕਲੇਰੀ ਚੱਲਦੇ ਆ। ਉੱਥੇ ਮਹਾਂਪੁਰਸ਼ਾਂ ਨੇ ਖੀਰ ਬਣਾਈ ਬੜੀ ਵਧੀਆ, ਖੀਰ ਤੇ ਡਿੱਗੀ ਜਾਂਦੇ ਆ। ਭਲਾ ਦੀ ਇਹਨਾਂ ਨੇ ਕਦੇ ਖੀਰ ਨਹੀਂ ਦੇਖੀ ਘਰੇ, ਲੱਡੂ ਜਲੇਬੀਆਂ ਤੇ ਡਿੱਗੀ ਜਾਂਦੇ ਨੇ, ਰੋਟੀਆਂ ਤੇ ਡਿੱਗੀ ਜਾਂਦੇ ਨੇ। ਕਹਿੰਦੇ ਇਹ ਲੋਕ ਜਿਹੜੇ ਨੇ ਸਤਸੰਗਤ ਕਰਕੇ ਉਹਦੇ ਵਿੱਚੋਂ ਕੋਈ ਰਸ ਨਹੀਂ ਲੈਂਦੇ, ਕਾਮਰੌਲੀ ਜ਼ਿਆਦਾ ਪਾਈ ਹੋਈ। ਮਹਾਂਪੁਰਖ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਸੀ ਕਰਦੇ। ਉਹ ਬਿਲਕੁਲ ਸ਼ਾਂਤ, ਜਦੋਂ ਉਹ ਆਪ ਹੁੰਦੇ ਸੀ, ਜਿੱਥੇ ਬੈਠੇ ਹੁੰਦੇ ਸੀ, ਦੂਰ ਦੂਰ ਤੱਕ ਕੋਈ ਡਰਦਾ ਬੋਲਦਾ ਨਹੀਂ ਸੀ ਹੁੰਦਾ। ਇੰਨੀ ਸ਼ਾਂਤੀ ਕਿ ਕੋਈ ਵੀ ਮਹਾਤਮਾ, ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਜਦ ਹੁੰਦੇ ਸੀ ਭੋਰਾ ਸਾਹਿਬ ਦੇ ਵਿੱਚ, ਭਾਵੇਂ ਦੂਜੇ ਪਾਸੇ ਹੋਏ ਗੁਰੂ ਘਰ ਦੇ ਕੋਈ ਖੜਾ, ਸਾਹ ਵੀ ਸੋਚ ਕੇ ਲੈਂਦਾ ਸੀ। ਕਿ ਸਾਹ ਵੀ ਔਖਾ ਸੌਖਾ ਇਸ ਢੰਗ ਨਾਲ ਲੈਣਾ, ਕਿਤੇ ਸਾਹ ਨਾ ਔਖਾ ਹੋਵੇ, ਜਾਂ ਸਾਹ ਐਸੇ ਢੰਗ ਨਾਲ ਲੈਣਾ ਬਈ ਜਿਵੇਂ ਬੰਦਾ ਮਨ 'ਚ ਭੈ ਜਿਹਾ ਰੱਖਦਾ। ਬ੍ਰਹਮ ਗਿਆਨੀ ਦਾ ਭੈ ਹੀ ਬੜਾ ਹੁੰਦਾ। ਇਹ ਸਾਰੇ ਬ੍ਰਹਮ ਗਿਆਨੀਆਂ ਦੇ ਕੋਲ ਰਹਿ ਕੇ ਦੇਖਿਓ ਕਿ ਭੈ ਬਹੁਤ ਹੁੰਦਾ। ਤੋ ਇਸ ਤਰ੍ਹਾਂ ਕਰਨ ਦੇ ਨਾਲ ਗੱਲ ਚੱਲਦੀ ਬ੍ਰਹਮ ਗਿਆਨੀ ਦੀ। ਇੱਥੇ ਸੱਚੇ ਪਾਤਸ਼ਾਹ ਤਾਂ ਆਪ ਨਿਰੰਕਾਰ ਨਾਰਾਇਣ ਨੇ ਰਾਜਾ ਚਰਨੀ ਪੈ ਗਿਆ, ਮੈਨੂੰ ਅਧਿਕਾਰੀ ਜਾਣ ਕੇ ਉਪਦੇਸ਼ ਦਿਓ। ਬੰਦਾ ਜਦੋਂ ਅਧਿਕਾਰੀ ਬਣ ਜਾਂਦਾ ਉਦੋਂ ਹੀ ਉਪਦੇਸ਼ ਦੇਣਾ ਬਣਦਾ। ਜੋ ਪਈ ਬਾਰ ਬਾਰ ਬੰਦਤ ਪਦਹ ਗੁਰ ਕੋ, ਬਾਰ ਬਾਰ ਚਰਨਾਂ ਤੇ ਮੱਥਾ ਟੇਕਦਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਵਿਨੈ ਭਨਤ ਬਹੁ ਚਿਤ ਕਰ ਉਰ ਕੋ, ਬਹੁਤ ਹਿਤ ਕਰਕੇ ਪ੍ਰੇਮ ਕਰਕੇ ਬਾਰ ਬਾਰ ਬੇਨਤੀਆਂ ਕਰਦਾ। ਕਮਲ ਬੰਧਨ ਲੱਖ ਕਰ ਜਗ ਆਸੀ, ਮਹਾਰਾਜ ਨੇ ਅਧਿਕਾਰੀ ਜਾਣ ਲਿਆ,
ਕਿਹਾ ਠੀਕ ਹੈ, ਬਾਰ-ਬਾਰ ਬੇਨਤੀਆਂ ਕਰਦਾ ਹੈ। ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ, ਉਹਨੂੰ ਉਪਦੇਸ਼ ਦੇਣ ਵਾਸਤੇ ਗੁਰਾਂ ਨੇ ਇਸ ਤਰ੍ਹਾਂ ਬਾਣੀ ਕਹੀ। ਜਗਤ ਲਖਹੁ ਮਿਥਿਆ ਇਹ ਦਮ, ਇਹ ਜਿਹੜਾ ਜੱਗ ਹੈ ਨਾ, ਸੰਸਾਰ ਹੈ, ਇਹ ਤੂੰ ਇਉਂ ਜਾਣ ਲੈ ਕਿ ਇਹ ਰੱਸੀ ਵਿੱਚ ਸੱਪ ਦੇ ਭਰਮ ਵਾਂਗੂ ਹੈ। ਜਿਵੇਂ ਮਾੜਾ ਜਾਂ ਹਨੇਰਾ ਜਿਹਾ ਹੋ ਜਾਂਦਾ ਜਦ ਸ਼ਾਮ ਨੂੰ, ਜਾਂ ਸਵੇਰੇ ਸਵੇਰੇ ਪਹੁ ਫਟਾਲਾ ਜਿਹਾ, ਹਾਲੇ ਪੂਰੀ ਤਰ੍ਹਾਂ ਦਿਖਣ ਨਹੀਂ ਲੱਗਦਾ, ਰਸਤੇ ਵਿੱਚ ਰੱਸਾ ਜਿਹਾ ਪਿਆ ਹੋਵੇ ਟੇਢਾ ਮੇਢਾ ਜਿਹਾ, ਲੋਕੀ ਸਮਝਦੇ ਸੱਪ ਹੈ, ਔਰ ਲੋਕ ਡਰ ਕੇ ਖੜ ਜਾਂਦੇ ਸੱਪ ਹੈ। ਔਰ ਜਦੋਂ ਹੋਰ ਦਿਨ ਚੜ੍ਹਿਆ ਇੱਕ ਬੰਦਾ ਕਹਿੰਦਾ ਲੱਗਦਾ ਤਾਂ ਨਹੀਂ, ਹੋਰ ਗਾਹਾਂ ਗਿਆ, ਜਾ ਕੇ ਦੇਖਿਆ ਉਹ ਤਾਂ ਰੱਸੀ ਹੈ, ਕਹਿੰਦੇ ਅਸੀਂ ਤਾਂ ਆਖਿਆ ਸੱਪ ਹੈ। ਕਿੰਨੇ ਜਾਣੇ ਡਰਦੇ ਖੜੇ ਰਹੇ। ਇਸੇ ਤਰ੍ਹਾਂ ਹੀ ਕਹਿੰਦੇ ਇਹ ਜਗਤ ਜਿਹੜਾ ਸੰਸਾਰ ਹੈ ਇਹ ਬ੍ਰਹਮ ਰੂਪ ਰੱਸੀ ਹੈ, ਤੇ ਇਹਦੇ ਵਿੱਚ ਆਪਾਂ ਕਲਪ ਲਿਆ ਸੱਪ ਨੂੰ, ਭਾਵ ਸੰਸਾਰ ਨੂੰ। ਇਸ ਤਰ੍ਹਾਂ ਕਹਿੰਦੇ ਰਾਜਾ ਜਾਣਨਾ ਕਰ, ਜਗਤ ਲਖੋ ਮਿਥਿਆ ਇਹ ਦਾਮੂ, ਇਹ ਨਾਮ ਸੱਪ ਦਾ, ਦਾਮੂ ਨਾਮ ਰੱਸੀ ਦਾ। ਸਿਮਰਨ ਕਰਹੁ ਸਦਾ ਸਤਨਾਮੁ, ਇਸ ਕਰਕੇ ਤੂੰ ਜਗਤ ਨੂੰ ਮਿਥਿਆ ਜਾਣ ਕੇ, ਇਹ ਪਦਾਰਥਾਂ ਦਾ ਮਾਣ ਛੱਡ ਕੇ ਹਮੇਸ਼ਾ ਵਾਸਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਿਆ ਕਰ ਭਾਈ। ਕਰਮ ਧਰਮ ਤਪ ਨੇਮ ਅਨੇਕਾ, ਉਹਦਾ ਦੁਨੀਆ ਵਿੱਚ ਬੜੇ ਤਰ੍ਹਾਂ ਦੇ ਕਰਮ ਨੇ, ਕਰਮ ਕਾਂਡ ਨੇ, ਕਈ ਤਰ੍ਹਾਂ ਦੇ ਹੋਰ ਧਰਮ ਨੇ, ਕਿਉਂਕਿ ਹਰੇਕ ਆਪਣੇ ਨੂੰ ਧਰਮ ਕਹਿੰਦਾ। ਇਹ ਕਰਮ ਧਰਮ ਜਿਹੜੇ ਹੁੰਦੇ ਨੇ, ਤਪ ਕਰਨੇ, ਨੇਮ ਕਰਨੇ ਨੇ। ਸਰਬ ਅਫਲਾ ਜੇ ਨਾਮ ਨ ਏਕਾ, ਜੇ ਨਾਮ ਨਾ ਜਪਿਆ ਤਾਂ ਫਿਰ ਸਾਰੇ ਹੀ ਨਿਸਫਲ ਨੇ, ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਜਾਂ ਪਰ ਸੁਨ ਦ੍ਰਿਸ਼ਟਾਂਤ ਮਹਾਨਾ, ਇਹਦੇ ਉੱਤੇ ਇੱਕ ਤੈਨੂੰ ਦ੍ਰਿਸ਼ਟਾਂਤ ਦੇ ਕੇ ਦੱਸਦੇ ਕੀ ਗੱਲ ਹੁੰਦੀ ਹੈ। ਅਫਲ ਨਾਮ ਬਿਨ ਜਿਉ ਸਭ ਜਾਨਾ, ਸੋ ਨਾਮ ਤੋਂ ਬਿਨਾਂ ਜਿਵੇਂ ਇਹ ਬੇਅਰਥ ਨੇ ਨਾ, ਇਹ ਤੈਨੂੰ ਦੱਸਦੇ ਕਿਵੇਂ ਹੈ। ਕਾਗਜ਼ ਪਰ ਨਹਿ ਲਿਖਿਓ ਏਕਾਂਗਾ, ਹੁਣ ਜੇ ਬੰਦੇ ਨੇ ਕਾਗਜ਼ ਦੇ ਉੱਤੇ ਸ਼ੁਰੂਤ ਲੈ ਕੇ ਏਕਾ ਨਹੀਂ ਲਿਖਿਆ ਹੈ, ਸੂਨ ਲਿਖਣ ਪਰ ਮਨ ਅਨੁਰਾਗਾ, ਉਹ ਕਾਗਜ਼ ਦੇ ਉੱਤੇ ਪਹਿਲਾਂ ਵੀ ਆਪਾਂ ਕਥਾ 'ਚ ਕਈ ਵਾਰ ਦੱਸਿਆ, ਕਥਾ 'ਚ ਹੀ ਸਿੱਖਿਆ ਹੋਇਆ ਸਾਡਾ ਵੀ, ਬਈ ਜੇ ਕਾਗਜ਼ ਦੇ ਉੱਤੇ ਏਕਾ ਨਾ ਲਿਖੋ, ਲਿਖੀ ਜਾਓ 0 0 0 0 0, ਭਾਵੇਂ 100 ਕਾਗਜ਼ ਭਰ ਦਿਓ, 0 ਦੀ ਕੋਈ ਵੈਲਿਊ ਹੀ ਨਹੀਂ ਹੈ ਉੱਥੇ। ਦਿਨ ਤੇ ਸਰਿਓ ਨਾ ਏਕੋ ਕਾਜਾ, ਉਹਦੇ ਤੋਂ ਕੋਈ ਕੰਮ ਬਣਦਾ ਭਲਾ ਨਹੀਂ, 0 0 ਲਿਖ ਕੇ ਕੁਝ ਨਹੀਂ ਬਣਦਾ। ਭਾ ਬਿਰਥਾ ਸਭ ਲਿਖਣ ਸਮਾਜਾ, ਉਹ ਸਾਰਾ ਲਿਖਿਆ ਹੋਇਆ ਸਮਾਨ ਬੇਅਰਥ ਜਾਂਦਾ ਹੈ। ਪੂਰਬ ਲਿਖਿਓ ਏਕਾਂਗ ਬਨਾਈ, ਜੇ ਚੰਗੇ ਤਰੀਕੇ ਨਾਲ ਪਹਿਲਾਂ ਇੱਕ ਲਿਖ ਲਵੇ, ਲਿਖੇ ਸੋਨ ਤਬ ਆਫਲ ਹੋ ਨਾ ਜਾਈ, ਫਿਰ ਜੇ ਲਿਖੇ 0 10 ਬਣ ਗਿਆ, ਫਿਰ ਲਿਖੇ 0 100 ਬਣ ਗਿਆ, ਫਿਰ 1000 ਬਣ ਗਿਆ, ਫਿਰ ਲੱਖ 10 ਲੱਖ, ਫਿਰ ਕਰੋੜਾਂ ਅਰਬਾਂ ਖਰਬਾਂ ਨੀਲ ਪਦਮ ਸੰਖ ਤੱਕ ਉਹ ਗਿਣਤੀ ਚਲੀ ਜਾਂਦੀ ਹੈ। ਜੋ ਅਕਾਂਗ ਪਰ ਲਿਖ ਹੈ ਸ਼ੂਨਾ, ਸੋ ਜੇ ਏਕੇ ਪਰ ਇਸ ਤਰੀਕੇ ਨਾਲ ਲਿਖਦੇ ਹਨ, ਸ਼ੂਨਾ ਤੋਂ ਭਾਵ ਬਿੰਦੀ ਲਾਉਂਦੇ ਨੇ, ਸ਼ੂਨ ਸ਼ੂਨ ਤੇ 10 ਗੁਣਾ, ਫਿਰ ਇਹ ਅੱਗੇ 10 100 1000 ਇਸ ਤਰ੍ਹਾਂ ਗਿਣਤੀ ਵੱਧਦੀ ਜਾਂਦੀ। ਤਯੋ ਜੇ ਨਾਮ ਸੰਗ ਤਬ ਤਾਪ ਹੈ ਪੂਜਾ, ਜੇ ਨਾਮ ਦੇ ਨਾਲ ਹੀ ਜਾਪ ਕਰੀ ਜਾਵੇ, ਨਾਲ ਨਾਮ ਜਪ ਕੇ ਨਾ ਤਪ ਵੀ ਕਰੇ ਨਾ, ਫਿਰ ਬੜਾ ਫਲ ਮਿਲਦਾ। ਇਹ ਗ੍ਰਸਤੀ ਤਾਂ ਚਲੋ ਖੈਰ ਨਾਮ ਹੀ ਜਪਣਗੇ, ਕਈ ਮੈਂ ਸੰਤ ਮਹਾਤਮਾ ਦੇਖੇ ਨੇ, ਉਹ ਜਿਹੜੇ ਬਹੁਤੇ ਜ਼ਿਆਦਾ ਮਿਹਨਤ ਕਰਦੇ ਨੇ, ਉਹ ਨਾਲ ਤਪ ਦੇ ਵਿੱਚ ਨਾਮ ਜਪਦੇ ਨੇ, ਇਹਦਾ ਬੜਾ ਫਲ ਹੁੰਦਾ। ਫਿਰ ਜਿਵੇਂ ਕਈ ਮਹਾਤਮਾ, ਹੁਣ ਆਪਾਂ ਇਹ ਚੀਜ਼ ਇੱਧਰ ਨੂੰ ਲਾਉਂਦੇ ਨਹੀਂ ਵੈਸੇ, ਕਿਉਂ ਐਵੇਂ ਕੋਈ ਨਾ ਜੇ ਦੱਸ ਦਈਏ ਕਥਾ 'ਚ ਤੇ ਪੰਜਾਬੀ ਦੇ ਅੱਖਰ ਵਾਂਗੂ ਫਿਰ ਕੋਈ ਨਾ ਕੋਈ ਪੰਗਾ ਜਿਹਾ ਲੈਣਾ ਸ਼ੁਰੂ ਕਰ ਦਊਗਾ, ਫਿਰ ਇਹ ਤਾਂ ਨਹੀਂ ਦੱਸੀਦਾ। ਮਹਾਤਮਾ ਤਪ ਕਰ ਲੈਂਦੇ ਹੁੰਦੇ ਨੇ, ਨਾਲ ਨਾਮ ਜਪੀ ਜਾਣਗੇ। ਮੈਂ ਕਈ ਮਹਾਤਮਾ ਦੇ ਬਚਪਨ ਤੋਂ ਲੈ ਕੇ ਕੁਦਰਤੀ ਹੋਈ ਐਵੇਂ ਸੰਗ ਜਿਹਾ ਹੁੰਦਾ ਰਿਹਾ, ਮਹਾਤਮਾ ਦਾ ਸੰਗ ਰੱਬ ਨਹੀਂ ਦੇਤਾ। ਕਈ ਜਲ ਧਾਰਾ ਵੀ ਕਰਦੇ ਆ, ਕੋਈ ਇੱਕ ਲੱਤ ਦੇ ਭਾਰ ਖੜਦੇ ਆ। ਉਹ ਇੱਕ ਲੱਤ ਦੇ ਭਾਰ ਖੜ ਕੇ ਜਿਵੇਂ ਕੋਈ ਮਹਾਤਮਾ ਸੀ, ਉਹ ਸਾਰਾ ਦਿਨ ਮੂਲ ਮੰਤਰ ਦਾ ਅਭਿਆਸ ਕਰੀ ਜਾਣਾ, ਉਹਦਾ ਫਿਰ ਬਹੁਤ ਉਹਨਾਂ ਨੂੰ ਫਲ ਲੱਗਿਆ। ਇਸ ਕਰਕੇ ਹੈ, ਪਰ ਆਪਾਂ ਨਹੀਂ ਕਰਨਾ। ਗ੍ਰਸਤੀ ਬੰਦੇ ਨਾ ਹੀ ਕਰਿਓ ਕੁਛ, ਤੁਸੀਂ ਇੰਨੀ ਕਿਰਪਾ ਕਰ ਦਿਓ, ਉੱਦਾਂ ਹੀ ਨਿਤਨੇਮ ਕਰ ਲਿਆ ਕਰੋ, ਆਪਣਾ ਸਿਮਰਨ ਕਰਿਆ ਕਰੋ, ਕਿਉਂਕਿ ਸੁਣ ਕੇ ਹਰੇਕ ਨੂੰ ਚਾਅ ਹੁੰਦਾ, ਮੈਂ ਸ਼ਾਇਦ ਗਾਹਾਂ ਹੀ ਲੰਘ ਜੂ, ਪਤਾ ਨਹੀਂ ਬ੍ਰਹਮ ਗਿਆਨੀ ਬਣ ਜਾਣਾ ਛੇਤੀ ਹੋਈ। ਉਹ ਤਾਂ ਬਹੁਤ ਵੱਡੇ ਵੱਡੇ ਅਭਿਆਸੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਗੱਲ ਦੱਸਦੇ ਆ ਕਿ ਉਹਨਾਂ ਦੀ ਕਮਾਈਆਂ ਦੇ ਬਰਾਬਰ ਆਪਾਂ ਨਹੀਂ ਪਹੁੰਚ ਸਕਦੇ। ਉਹਨਾਂ ਦੀ ਕਮਾਈ ਉਹਨਾਂ ਨੂੰ ਹੀ ਬਣ ਆਉਂਦੀ ਆ, ਆਪਾਂ ਤਾਂ ਸਿਰਫ ਉਹਨਾਂ ਦੇ ਚਰਨ ਧੂੜੀ ਮਿਲ ਜੇ ਇੰਨੀ ਬਹੁਤ ਹੁੰਦੀ ਹੈ।
ਪੂਜਾ ਬ੍ਰਤ ਨੇਮ ਜਪ ਜਪ ਹੈ। ਪੂਜਾ ਕਰਨੀ, ਵਰਤ ਕਰਨੇ, ਨੇਮ ਜਪ ਜਾਪ ਆਦਿਕ ਕਰਨੇ, ਸਾਰੇ ਹੀ ਸਫਲੇ ਹੋ ਜਾਂਦੇ ਨੇ ਜੇ ਕੋਈ ਨਾਮ ਜਪੇ। ਚਲੋ ਵਰਤ ਰੱਖਦੇ ਲੋਕ, ਮੈਂ ਲੋਕਾਂ ਨੂੰ ਬਥੇਰਾ ਕਹਿੰਦਾ ਵਰਤ ਅੱਬਲ ਤਾਂ ਰੱਖਿਆ ਹੀ ਨਾ। ਚੱਲ ਜੇ ਵਰਤ ਰੱਖਣਾ ਫਿਰ 25 ਪਾਠ ਜਪਜੀ ਸਾਹਿਬ ਦੇ ਨਾਲ ਕਰੇ ਉਹਦੇ, ਫਿਰ ਤਾਂ ਆਉਂਦਾ ਸਵਾਦ ਵੀ ਹਾਂ ਬਾਣੀ ਪੜ੍ਹੀ ਹੈ। ਤੇ ਇਸ ਕਰਕੇ ਇਹ ਚੀਜ਼ਾਂ ਵੱਲ ਮੋੜੀਦਾ ਹੀ ਨਹੀਂ। ਤਾਂ ਬਸ ਇੱਕੋ ਹੀ ਗੱਲ, ਅਲਪਹਾਰ ਥੋੜਾ ਖਾਓ, ਓਨਾ ਖਾਓ ਜੇ ਨੀਂਦ ਨਾ ਆਵੇ। ਜੇ ਕਹਿੰਦੇ ਅੱਜ ਵੀ ਮੈਂ ਪੂਰਨਮਾਸ਼ੀ ਦਾ ਵਰਤ ਰੱਖਿਆ, ਕੋਈ ਕਹਿੰਦਾ ਅੱਜ ਮੈਂ ਫਲਾਨਾ ਵਰਤ ਰੱਖਿਆ, ਵਰਤ ਤਾਂ ਬੜੀਆਂ ਪੁਰਾਣੀਆਂ ਗੱਲਾਂ ਹੋ ਗਈਆਂ। ਹੁਣ ਵਰਤ ਨਹੀਂ ਰੱਖੀਦੇ ਹੁੰਦੇ। 25 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ ਆ, ਸਾਰੇ ਦਿਨਾਂ 'ਚ ਹੀ ਕਰੀ ਜਾਓ। ਇੱਕ ਟਾਈਮ ਵੈਸੀ ਰੋਟੀ ਘਟਾ ਦਿਓ, ਰਾਤ ਦੀ ਰੋਟੀ ਨਾ ਖਾਓ, ਸਬਜ਼ੀ ਇਕੱਲੀ ਖਾ ਕੇ ਸੌਂ ਜਾਓ। ਤੜਕੇ 2 ਵਜੇ ਉੱਠ ਕੇ 25 ਪਾਠ ਕਰ ਲਓ, 6-7 ਵਜੇ ਤੱਕ ਹੋ ਜਾਣੇ ਆ। ਸਾਲ ਕੁ ਕਰ ਲਓ, ਸਾਰੀ ਜ਼ਿੰਦਗੀ ਲੋੜ ਨਹੀਂ ਪੈਣੀ ਕਿਸੇ ਚੀਜ਼ ਦੀ। ਤੇ ਇੱਧਰ ਨੂੰ ਕੋਈ ਘੱਟ ਤੁਰਦਾ, ਭਗਤੀ ਵਾਲੇ ਪਾਸੇ ਨੂੰ ਕੋਈ ਨਹੀਂ ਤੁਰ ਕੇ ਰਾਜੀ। ਭਗਤੀ ਤੋਂ ਇੰਨਾ ਕੰਨੀ ਕਤਰਾਉਂਦੇ ਨੇ, ਭਜਦੇ ਨੇ ਪਰੇ ਨੂੰ। ਤੇ ਉਦਾਂ ਜੇ ਕਹੂਗੇ ਵੀ ਦਾਤ ਸਾਨੂੰ ਦੇ ਦਿਓ ਵੱਡੀ ਤੋਂ ਵੱਡੀ, ਇਹ 10 ਗੁਣਾ ਅਧਿਕ ਫਲ ਪਾਵਹਿ। ਮਹਾਰਾਜ ਕਹਿੰਦੇ ਉਹ ਜਿਹੜੇ ਕਰਦੇ ਨੇ ਨਾ ਫਿਰ ਉਹ 10 ਗੁਣਾ ਜ਼ਿਆਦਾ ਫਲ ਪਾਉਂਦੇ ਨੇ। ਕਿਉਂਕਿ ਇਹ ਗੱਲ ਹੁਣ ਜਿਹੜੀ ਮਹਾਰਾਜ ਦੇ ਵਿਸਾਖੀ ਹੈ, ਇਹ ਘੱਟ ਤੋਂ ਘੱਟ 500 ਸਾਲ ਪਹਿਲਾਂ ਦੀ। ਤੇ 500 ਸਾਲ ਪਹਿਲਾਂ ਲੋਕਾਂ ਦਾ ਸਰੀਰ ਵੈਸੇ ਹੀ ਬਹੁਤ ਰਿਸ਼ਟ ਪੁਸ਼ਟ ਹੁੰਦੇ, ਤਕੜੇ ਹੁੰਦੇ। ਉਦੋਂ ਲੋਕ ਤਪ ਵੀ ਕਰਦੇ ਸੀ। ਇੱਕ ਨਾਲੇ ਕੁਛ ਐਸੀ ਚੀਜ਼ ਹੁੰਦੀ ਹੈ ਮਹਾਰਾਜ ਵਿੱਚ, ਪਹਿਲੀ ਚੀਜ਼ ਨੂੰ ਚਲਦੀ ਨੂੰ ਹੀ ਵਿੱਚ ਹੀ ਉਹਦੇ ਪਾ ਦਿੰਦੇ ਭਗਤੀ। ਜਿਵੇਂ ਡਾਕਟਰ ਗਲੂਕੋਜ਼ ਲਾਉਂਦੇ ਤੇ ਵਿੱਚ ਹੀ ਇੰਜੈਕਸ਼ਨ ਹੋਰ ਪਾ ਦਿੰਦੇ। ਉਹ ਮਹਾਰਾਜ ਨੇ ਇੱਕਦਮ ਨਹੀਂ ਹਟਾਇਆ ਲੋਕਾਂ ਨੂੰ, ਤਪ ਕਰਨੋਂ ਛੱਡ ਦੋ, ਐਂ ਛੱਡ ਦੋ। ਉਹਦੇ ਤੇ ਫਿਰ ਬੰਦੇ ਦਾ ਮਨ ਨਹੀਂ ਖੜਦਾ ਭਗਤੀ ਕੱਲੀ ਤੇ, ਇਸ ਕਰਕੇ ਉਹਨੂੰ ਹਟਾਇਆ ਹੀ ਨਹੀਂ। ਕਹਿੰਦੇ ਉਹ ਵੀ ਕਰੀ ਜਾ ਤੇ ਪਰ ਨਾਮ ਜ਼ਰੂਰ ਜਪ, ਉਹਦੇ ਨਾਲ ਛੇਤੀ ਪ੍ਰਾਪਤੀ ਹੋ ਗਈ। ਉਹ ਹੈ ਮੁਕਤ ਜਮ ਸੰਗ ਨ ਜਾਵਹਿ। ਕਹਿੰਦੇ ਉਹ ਬੰਦਾ ਮੁਕਤ ਹੋ ਜਾਂਦਾ, ਕਿਉਂਕਿ ਨਾਮ ਨੇ ਮੂਲ ਕੰਮ ਕਰਨਾ, ਬਾਕੀ ਸਾਰੀਆਂ ਚੀਜ਼ਾਂ 0-0 ਵਾਂਗੂ ਹੀ ਨੇ। ਜੇ ਕੱਲੀ ਭਗਤੀ ਕਰੀਏ ਤਾਂ ਵੀ ਵਧੀਆ, ਪਰ ਜੇ ਨਾਲ ਹੁਣ ਜਿਵੇਂ ਸੇਵਾ ਕਰਨ ਵਾਲੇ ਆ, ਤੋ ਸੇਵਾ ਕਰੀ ਜਾਓ, ਨਾਲ ਸਤਿਨਾਮ ਵਾਹਿਗੁਰੂ ਕਹੀ ਜਾਓ। ਪ੍ਰਸ਼ਾਦਾ ਵਰਤਾਉਂਦੇ ਵਾਹਿਗੁਰੂ ਪ੍ਰਸ਼ਾਦਾ ਜੀ, ਵਾਹਿਗੁਰੂ ਜੀ, ਉਹ ਫਿਰ ਨਾਲ ਨਾਮ ਵੀ ਜਪਿਆ ਜਾਂਦਾ। ਇਸ ਤਰ੍ਹਾਂ ਕੋਈ ਸੇਵਾ ਕਰਦਿਆਂ ਹੋਇਆਂ ਨਾਲ ਪਾਠ ਵੀ ਕਰੀ ਜਾਣਾ, ਪਾਠ ਵੀ ਕਰੀ ਜਾਣਾ ਤੇ ਨਾਲ ਸੇਵਾ ਵੀ ਕਰੀ ਜਾਣੀ। ਇਹ ਦੋਨੋਂ ਕੰਮ ਜਿਹੜੇ ਨੇ ਫਿਰ ਇਹ ਜ਼ਿਆਦਾ, ਕਿਉਂ ਗੁਰੂ ਘਰ ਦੇ ਵਿੱਚ ਜਿਹੜੀ ਆਪਾਂ ਨੂੰ ਦਿੱਤੀ ਦਾਤ ਉਹ ਹੈ ਜਿਵੇਂ ਗੁਰ ਸੇਵਾ ਤਪਾਂ ਸਿਰ ਤਪ ਸਾਰ। ਜਿਹੜੀ ਗੁਰੂ ਦੀ ਸੇਵਾ ਸਾਰਿਆਂ ਤਪਾਂ ਤੋਂ ਉੱਪਰ ਤਪ ਹੈ। ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਲੰਗਰ ਦੀ ਸੇਵਾ, ਭਾਂਡਿਆਂ ਦੀ ਸੇਵਾ, ਖਾਸ ਕਰ ਲੰਗਰ ਵਿੱਚ ਗਰਮੀ ਹੋਵੇ ਜਾਂ ਲੋਹ ਦੇ ਉੱਤੇ ਲੰਗਰ ਪਕਾਉਣਾ ਪੈਂਦਾ, ਉਦੋਂ ਫਿਰ ਤਪ ਹੁੰਦਾ ਬੰਦੇ ਦਾ ਵਧੀਆ। ਉੱਥੇ ਬਹਿ ਕੇ ਜਪਜੀ ਸਾਹਿਬ ਦੇ ਪਾਠ ਕਰੇ, ਫਿਰ ਨਾਲ ਲੰਗਰ ਪਕਾਵੇ, ਤੇ ਫਿਰ ਦੇਖੋ ਉਹਦਾ ਕਿੰਨਾ ਹੀ ਫਲ ਮਿਲਦਾ। ਇਹ ਨਹੀਂ ਹੁੰਦਾ ਕਿ ਉੱਥੇ ਫਲ ਨਹੀਂ ਮਿਲਣਾ। ਹਜੂਰ ਸਾਹਿਬ ਅਸੀਂ ਦੇਖਦੇ ਰਹੇ 1975 ਦੇ ਵਿੱਚ, ਕਾਫੀ ਦੇਰ ਉਹ ਮਹਾਤਮਾ ਜਿਉਂਦੇ ਰਹੇ ਨੇ। ਉਸ ਸੋਟੀਆਂ ਦੇ ਭਾਰ ਜੀ ਖੜਦੇ ਹੁੰਦੇ ਸੀ ਫੌੜੀਆਂ ਦੇ ਨਾਲ, ਇੰਨਾ ਲੰਗਰ ਪਕਾਉਂਦੇ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਪਕਾ ਹੀ ਜਾਂਦੇ, ਬੋਲਦੇ ਨਹੀਂ ਸੀ ਹੁੰਦੇ, ਬਿਲਕੁਲ ਪਤਲੇ ਜੇ ਸੁਕੜੇ ਜੇ ਉਹ ਮਹਾਤਮਾ ਸੀਗੇ, ਤਾਂ ਭਗਵੇ ਕੱਪੜਿਆਂ 'ਚ ਹੀ। ਪਰ ਅਸੀਂ ਕਦੇ ਬੁਲਾਇਆ ਵੀ ਨਹੀਂ ਸੀ ਉਹਨਾਂ ਨੂੰ। ਕੋਈ ਬੰਦਾ ਗਿਆ ਹਜੂਰ ਸਾਹਿਬ, ਉਹਨਾਂ ਨੇ ਆਪੇ ਪੁੱਛਿਆ, ਕਹਿੰਦੇ ਬੜਾ ਦੁਖੀ ਜਿਹਾ ਲੱਗਦਾ ਭਗਤਾ। ਕਹਿੰਦੇ ਬਾਬਾ ਜੀ ਦੁਖੀ ਤਾਂ ਬਹੁਤ ਹੈ। ਕਹਿੰਦੇ ਕਿਉਂ? ਕਹਿੰਦੇ ਔਲਾਦ ਨਹੀਂ ਹੈ। ਕਹਿੰਦੇ ਅੱਛਾ। ਕਹਿੰਦੇ 5 ਬਾਣੀਆਂ ਪੜ੍ਹਦਾ ਹੁਣ? ਕਹਿੰਦਾ ਜੀ 5 ਬਾਣੀਆਂ ਕਿਹੜੀਆਂ ਹੁੰਦੀਆਂ ਨੇ, ਸਾਨੂੰ ਤਾਂ ਉਹ ਵੀ ਨਹੀਂ ਪਤਾ। ਕਹਿੰਦੇ ਭਗਤਾ ਤਾਈਓ ਦੁੱਖ ਲੱਗੇ ਹੋਏ ਆ, ਸਵੇਰੇ 5 ਬਾਣੀਆਂ ਪੜ੍ਹਿਆ ਕਰ, ਨਹਾ ਕੇ ਰਹਿ ਰਾਸ ਪੜ੍ਹਿਆ ਕਰ, ਸ਼ਾਮ ਨੂੰ ਕੀਰਤਨ 16 ਪੜ੍ਹਿਆ, 10ਵੇਂ ਪਾਤਸ਼ਾਹ ਸਿੱਖ ਹੋ ਕੇ ਬਾਣੀ ਨਹੀਂ ਪੜ੍ਹਦਾ ਹੈ। ਕਹਿੰਦੇ ਸਾਲ ਭਰ 5 ਬਾਣੀਆਂ ਕਰ ਲੈ, ਤੇਰੇ ਘਰੇ ਲੜਕਾ ਹੋ ਜਾਏਗਾ। ਉਹ ਬੰਦਾ ਪਟਿਆਲੇ ਦਾ ਹੀ ਸੀ, ਫਿਰ ਦੱਸਿਆ ਉਹਨੇ ਮੈਨੂੰ, ਕਹਿੰਦਾ ਵੀ 5 ਬਾਣੀਆਂ ਪੜ੍ਹੀਆਂ, ਫਿਰ ਸਾਡੇ ਭੁਚੰਗੀ ਹੋ ਗਿਆ, ਫਿਰ ਸਾਨੂੰ ਬੜੀ ਸ਼ਰਧਾ, ਫਿਰ ਕਹਿੰਦੇ ਅਸੀਂ ਅੰਮ੍ਰਿਤ ਛਕ ਲਿਆ। ਇਹ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਪੰਥ ਨੂੰ ਪਤਾ ਹੀ ਨਹੀਂ ਵੀ 5 ਬਾਣੀਆਂ ਕੀ ਹੁੰਦੀਆਂ, ਰਹਿ ਰਾਸ ਕੀ ਹੁੰਦਾ, ਇਹਦੀ ਬਖਸ਼ਿਸ਼ਾਂ ਕੀ ਕੀਤੀਆਂ ਨੇ। ਇਹ ਉਦਾਂ ਹੀ ਸਮਝਦੇ ਮਖੌਲ ਜਿਹੀ, ਤੇ ਉਹ ਕੋਈ ਕਹਦੇ ਵੀ ਆਹ ਗੱਲ ਕਰਨੀ ਹੈ ਫਿਰ ਉਹ ਕਰਦੇ ਆ। ਇਸ ਤਰ੍ਹਾਂ ਜੇ ਕਕਾਰ ਦਿੱਤੇ ਨੇ, ਨਿਤਨੇਮ ਕਰਾਏ ਨੇ, ਗੁਰੂ ਸਾਹਿਬਾਂ ਜਿਹੜੀ ਮਰਿਆਦਾ ਦਿੱਤੀ ਉਹ ਕਿ ਮਾੜੀ ਮੋਟੀ ਚੀਜ਼ ਨਹੀਂ ਹੈ, ਰੱਬ ਦੀ ਚੀਜ਼ ਆ, ਉਹ ਨਿਰੰਕਾਰ ਨੇ ਬਖਸ਼ਿਸ਼ ਕੀਤੀ ਆ ਉਹ, ਪਰ ਆਪਾਂ ਨੇ ਉਹਨੂੰ ਸੰਭਾਲਿਆ ਨਹੀਂ ਹੈ। ਆਹਾਂ ਸਰੋਵਨ ਸਭ ਕੋ ਨਾਮੂ, ਇਸ ਕਰਕੇ ਨਾਮ ਹੀ ਸਾਰਿਆਂ ਤੋਂ ਸ਼੍ਰੋਮਣੀ ਹੈ। ਸਿਮਰਹੁ ਸਦਾ ਆਨ ਤਜ ਕਾਮੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਰਾਜਾ ਬਾਕੀ ਸਾਰੇ ਕੰਮ ਆ, ਹੁਣ ਸ਼ਿਕਾਰ ਖੇਡਦਾ ਫਿਰਦਾ, ਐਵੇਂ ਪੰਛੀ ਮਾਰਦਾ ਫਿਰਦਾ, ਜਾਨਵਰ ਜੇ ਮਾਰਦਾ ਐਵੇਂ ਸ਼ਿਕਾਰ ਖੇਡਣਾ,
ਉਹ ਇਹਦੇ ਨਾਲੋਂ ਘਰੇ ਉਸ ਨਾਮ ਜਪਦਾ ਬਹਿ ਕੇ। ਇੱਥੇ ਕੀ ਕਰਨਾ ਹੈ ਤੂੰ ਜੰਗਲ ਦੇ ਵਿੱਚ? ਜੇ ਇੱਥੇ ਜੰਗਲ 'ਚ ਆਇਆ ਸੀ ਫਿਰ ਇੱਥੇ ਬਹਿ ਕੇ ਨਾਮ ਜਪਦਾ। ਇਹ ਜਿਹੜੇ ਰਾਜਿਆਂ ਵਾਲੇ ਫਜ਼ੂਲ ਜੇ ਕੰਮ ਨੇ, ਟਾਈਮ ਖਰਾਬ ਕਰਦਾ ਰਹੇ ਨਾ, ਇਹ ਨਾਮ ਜਪਿਆ ਕਰ। ਕਿਉਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਨਾਲੇ ਤੁਹਾਡੇ ਵਰਗਾ ਮਹਾਰਾਜ ਕੌਣ ਹੋਣਾ? ਉਹ ਵੱਡੇ ਵੱਡੇ ਰਾਜ ਹੈ ਜਿਹੜੇ ਟੇਢੇ ਚੱਲਦੇ, ਸਭ ਸਿੱਧੇ ਕਰਕੇ ਰੱਖਤੇ ਤੁਸੀਂ। ਆਹ ਨਾਮ ਜਪਣ ਲਾ ਦਿੰਦੇ ਹਰੇਕ ਰਾਜੇ ਨੂੰ। ਨਹੀਂ ਤਾਂ ਕੋਈ ਰਾਜੇ ਦੇ ਮੂੰਹ ਤੇ ਜਾ ਕੇ ਕਹਿ ਸਕਦਾ ਇਹ ਨਾਮ ਜਪ ਬਈ? ਉਹ ਕਹਿੰਦਾ ਦਿਓ ਜੇਲ੍ਹ 'ਚ ਇਹਨੂੰ। ਆਪਣੇ ਵਰਗਾ ਕਿੱਥੋਂ ਕਹਿ ਸਕਦਾ ਕਿਸੇ ਨੂੰ? ਇਹ ਤਾਂ ਗੁਰੂ ਨਾਨਕ ਸਾਹਿਬ ਹੀ ਹੈ। ਫਿਰ ਰਾਜਿਆਂ ਨੂੰ ਵੀ ਨਾਮ ਜਪਣ ਲਾਤਾ, ਬਾਬਰ ਵਰਗਿਆਂ ਨੂੰ ਵੀ ਸਿੱਧੇ ਕਰਤਾ। ਉਹ ਬਾਬਰ ਨੂੰ ਕਹਿੰਦੇ ਬਾਬਰ ਤੂੰ ਜਾਬਰ ਹੈ, ਉਹਦੇ ਮੂੰਹ ਤੇ ਕਹਿਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਿਸੇ ਤੋਂ ਡਰਦੇ। ਉਹਨਾਂ ਕਾਹਦਾ ਡਰਨਾ? ਨਿਰਭਉ ਨਿਰਵੈਰ ਅਕਾਲ ਪੁਰਖ ਆਪ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਸਾਰੀ ਦੁਨੀਆ ਨੂੰ ਸਿੱਧੇ ਰਾਹ ਪਾਇਆ। ਔਰ ਸੁਭਾਅ ਤੋਂ ਆਪ ਜਾਣੂ ਹੀ ਹੋ ਵੀ ਕੈਸਾ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਆਪਾਂ ਕਰ ਤਾਂ ਲੈਂਦੇ ਬਹੁਤ ਸਾਰੀਆਂ ਗੱਲਾਂ, ਪਰ ਗੁਰੂ ਨਾਨਕ ਦੇਵ ਜੀ ਦੇ ਸੁਭਾਅ ਵਿੱਚ ਇੱਕ ਚੀਜ਼ ਹੈ, ਨਾਮ ਨੂੰ ਹੀ ਬਾਹਲੀ ਮਹਾਨਤਾ ਦਿੰਦੇ। ਬਸ ਨਾ ਗੱਲਾਂ ਨੂੰ, ਨਾ ਮਾਇਆ ਨੂੰ, ਬਾਹਲੀਆਂ ਰੋਟੀਆਂ ਕੱਪੜਿਆਂ ਕੁੱਪੜਿਆਂ ਨੂੰ, ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਮਹਾਰਾਜ ਬਾਹਲਾ। ਭਾਈ ਇੱਕੋ ਗੱਲ ਕਹਿੰਦੇ, ਨਾਮ ਜਪੋ ਬਸ। ਜਿਹੜੀ ਚੀਜ਼ ਨੇ ਨਾਲ ਜਾਣਾ ਉਹ ਹੀ ਜ਼ਿਆਦਾ ਕਮਾਓ। ਧੰਨ ਗੁਰੂ ਨਾਨਕ ਦੇਵ ਦੀ ਇਹੀ ਸਿੱਖਿਆ ਹੈ ਕਿ ਰਾਤ ਦਿਨ ਨਾਮ ਜਪੀ ਜਾਓ।